ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣੀਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਗੁਰੂ ਨਾਨਕ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਉਹ ਮਾਈਕ ਬੰਦ ਕਰ ਦੇ। ਗੁਰੂ ਅਰਜੁਨ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ। ਥੋੜੀ ਜਿਹੀ ਵਧਾ ਦਿਓ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦੁਰ ਪਰਮ। ਸ਼੍ਰੀ ਗੁਰੂ ਗੋਬਿੰਦ ਧਰੋ ਧਰਾ ਧਰ ਬੰਦੋ ਬਾਰ ਏਕ ਓੰਕਾਰ ਸਤਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸੇ। ਉਹ ਮਹਾਰਾਜ ਨਾ ਛੇੜੋ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ। ਥੋੜੀ ਜਿਹੀ ਹੋਰ ਵਧਾਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਕਉ ਨਾਨਕ ਹਰਿ ਭਜਨ ਬਿਨ ਪਰਤ ਤਾਹੇ ਜਮ ਸੰਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਿਵਾਜ ਅੰਤਰਯਾਮੀ ਸੱਚੇ ਪਾਤਸ਼ਾਹ ਕੋਟ ਬ੍ਰਹਮੰਡਾਂ ਦੇ ਸਾਈਂ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਧੰਨ ਧੰਨ ਕਲਯੁਗ ਦੇ ਅਵਤਾਰ ਗੁਰਬਾਣੀ ਦੇ ਬੋਹਿਥੇ। ਧੰਨ 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 ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਸਮੂਹ ਸੰਗਤ ਸੰਧਿਆਂ ਦੇ ਦੀਵਾਨਾਂ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਸਰਵਣ ਕਰਨ ਦੇ ਲਈ ਇਕੱਤਰਿਤ ਹੁੰਦੇ ਹੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ
ਗੁਰਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਅਤੇ ਗੁਰਬਾਣੀ ਦੀ ਕਥਾ ਨੌਵੇਂ ਪਾਤਸ਼ਾਹ ਦੀ ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਨਿਤਾ ਪ੍ਰਤੀ ਹੁੰਦੀ ਹੈ। ਆਪ ਸਮੂਹ ਸੰਗਤ ਨੇ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ ਗੁਰਤਾ ਗੱਦੀ ਤੋਂ ਮਹਾਰਾਜ ਦੇ ਤੀਰਥਾਂ ਨੂੰ ਪਵਿੱਤਰ ਕਰਨ ਉਪਰੰਤ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਨੰਦਪੁਰੀ ਸ਼੍ਰੀ ਕੇਸਗੜ੍ਹ ਨਗਰ ਵਸਾਉਣ ਦੀ ਕਥਾ, ਫਿਰ ਸਤਿਗੁਰੂ ਮਹਾਰਾਜ ਜੀ ਦਾ ਸ਼ਹੀਦੀ ਸਫ਼ਰ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੋਇਆ ਪਟਿਆਲੇ, ਬਹਾਦਰਗੜ੍ਹ, ਸਮਾਣਾ, ਚੀਕਾ, ਹਿਸਾਰ, ਜੀਂਦ, ਆਗਰੇ ਹੁੰਦੇ ਹੋਏ ਮਹਾਰਾਜ ਨੇ ਦਿੱਲੀ ਵਿਖੇ ਆਪਣੀ ਗ੍ਰਿਫਤਾਰੀ ਦਿੱਤੀ ਹੈ। ਉਹ ਸਾਰਾ ਇਤਿਹਾਸ ਸਮੂਹ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ। ਗੁਰੂ ਕਿਰਪਾ ਦੇ ਨਾਲ ਹੁਣ ਅਖੀਰਲੇ 2 ਦਿਨਾਂ ਦੇ ਦੀਵਾਨ ਇਤਿਹਾਸ ਦੇ ਰਹਿ ਗਏ ਨੇ, ਕਿਉਂਕਿ 19 ਤਰੀਕ ਨੂੰ ਸਮਾਪਤੀ ਹੋਣੀ ਹੈ। ਹੁਣ 2 ਦਿਨਾਂ ਦੇ ਅੰਦਰ ਮਹਾਰਾਜ ਦੇ ਪਾਵਨ ਪਵਿੱਤਰ ਜੋ ਗੁਰਦੇਵ ਨੇ ਕੌਤਕ ਵਰਤਾਏ ਨੇ, ਸ਼ਹੀਦੀ ਦੇ ਪ੍ਰਸੰਗ ਉਹ ਆਣੇ ਨੇ। ਆਪ ਸਮੂਹ ਸੰਗਤ ਨੇ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਜਮਨਾ ਵਿਖੇ, ਦਿੱਲੀ ਵਿਖੇ ਇਸ਼ਨਾਨ ਕਰਨ ਜਾਂਦੇ ਨੇ, ਉਸ ਗੱਲ ਦਾ ਕਾਜੀ ਨੂੰ ਪਤਾ ਲੱਗਦਾ ਹੈ। ਕਾਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਿਕਾਇਤ ਵੀ ਲਾਉਂਦਾ ਔਰੰਗਜ਼ੇਬ ਨੂੰ ਬਈ ਮਹਾਰਾਜ ਕਾਰਾਗ੍ਰਹਿ 'ਚ ਹੁੰਦੇ ਹੋਏ ਵੀ ਇਸ਼ਨਾਨ ਪਾਨ ਕਰਨ ਦੇ ਲਈ ਬਾਹਰ ਜਾਂਦੇ ਨੇ, ਬਈ ਤੇਰੇ ਫੌਜ ਬਰਦਾਰ ਪੈਸੇ ਲੈਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਰਾਮਾਤੀ ਜਾਣ ਕੇ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਜ਼ੋਰ ਪਾਉਂਦੇ ਨੇ ਵੀ ਕਰਾਮਾਤ ਦਿਖਾਓ। ਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਕਰਾਮਾਤ ਦਿਖਾਉਣ ਤੋਂ ਇਨਕਾਰ ਕਰਦੇ ਨੇ, ਮਹਾਰਾਜ ਦਾ ਅਤਿਅੰਤ ਪ੍ਰੇਮੀ ਸਿੱਖ ਭਾਈ ਮਤੀ ਦਾਸ ਜੀ ਨੂੰ ਧਮਕਾਉਣ ਵੀ ਜਾਂਦੇ ਨੇ। ਭਾਈ ਮਤੀ ਦਾਸ ਜੀ ਦਿੱਲੀ ਦੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਦਾ ਜਦੋਂ ਬਚਨ ਕਰ ਬੈਠਦੇ ਨੇ, ਸਤਿਗੁਰੂ ਮਹਾਰਾਜ ਉਹਨਾਂ ਦੀ ਤਾਕਤ ਖਿੱਚ ਕੇ ਪਰ ਉਹਨਾਂ ਨੂੰ ਫਤਵਾ ਲੱਗ ਜਾਂਦਾ ਵੀ ਇਹਨਾਂ ਨੂੰ ਆਰੇ ਦੇ ਵਿੱਚ ਚੀਰ ਦਿੱਤਾ ਜਾਏ, ਫੱਟਿਆਂ ਵਿੱਚ ਬੰਨ੍ਹ ਕੇ। ਅਤੇ ਕੱਲ੍ਹ ਤੁਸੀਂ ਭਾਈ ਮਤੀ ਦਾਸ ਜੀ ਦਾ ਆਰੇ ਦੇ ਵਿੱਚ ਚੀਰਨੇ ਦੀ ਸ਼ਹਾਦਤ ਦਾ ਸੰਪੂਰਨ ਪ੍ਰਸੰਗ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅੱਗੇ ਇਤਿਹਾਸ ਸਰਵਣ ਕਰੀਏ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਰਸਨਾ ਦੀ ਪਵਿੱਤਰਤਾ ਦੇ ਲਈ, ਹਿਰਦੇ ਦੀ ਸ਼ੁੱਧੀ ਦੇ ਲਈ ਆਖਣਾ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੇ ਜਪੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਦੋਂ ਅਤਿਅੰਤ ਪ੍ਰੇਮੀ ਸਿੱਖ ਸਤਿਕਾਰਯੋਗ ਧੰਨ ਧੰਨ ਭਾਈ ਮਤੀ ਦਾਸ ਜੀ ਨੂੰ ਫੱਟਿਆਂ ਦੇ ਵਿੱਚ ਬੰਨ੍ਹ ਕੇ ਜਲਾਦਾਂ ਵੱਲੋਂ ਆਰਾ ਸੀਸ 'ਤੇ ਚਲਾ ਕੇ ਚੀਰ ਦਿੱਤਾ ਜਾਂਦਾ ਹੈ, ਸ਼ਹੀਦ ਕਰ ਦਿੱਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਨਮੁਖ ਬੈਠਦੇ ਦੇਖਦੇ ਮੁਸਕਰਾ ਰਹੇ ਨੇ। ਆਪਣੇ ਸਿੱਖ ਦੀ ਸ਼ਹੀਦੀ ਗੁਰਦੇਵ ਦੇਖ ਕੇ ਪ੍ਰਸੰਨ ਹੁੰਦੇ ਨੇ, ਕਿਉਂਕਿ ਸਤਿਗੁਰੂ ਜਾਣਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਈ ਜਿੰਨੇ ਸਿੱਖ ਸ਼ਹੀਦ ਹੋਣਗੇ, ਸ਼ਹੀਦਾਂ ਦਾ ਖੂਨ ਇਸ ਧਰਤੀ 'ਤੇ ਡੁੱਲੇਗਾ, ਉਨੇ ਹੀ ਸਿੱਖੀ ਦੇ ਬੂਟੇ ਪਰਪੱਕ ਹੋਣਗੇ। ਐਸੀ ਪ੍ਰਕਾਰ ਗੁਰਦੇਵ ਮਹਾਰਾਜ ਜੀ ਜਦੋਂ ਸਿੱਖ ਦੀ ਸ਼ਹੀਦੀ ਹੁੰਦੀ ਹੈ, ਸਾਰੇ ਦਿੱਲੀ ਦੇ ਅੰਦਰ ਹਾਹਾਕਾਰ ਮਚ ਜਾਂਦੀ ਹੈ ਬਈ ਔਰੰਗਜ਼ੇਬ ਤਾਂ ਮਨੁੱਖਤਾ ਦੀ, ਇਨਸਾਨੀਅਤ ਦੇ ਸਾਰੇ ਫਰਜ਼ ਭੁੱਲ ਕੇ ਕੇਵਲ ਅਤੇ ਕੇਵਲ ਇਸਲਾਮ ਧਰਮ ਨੂੰ ਪਰਪੱਕ ਕਰਨ ਦੇ ਲਈ ਹਰ ਇੱਕ ਉਹ ਹਥਕੰਡਾ ਅਪਣਾ ਰਿਹਾ ਜਿਸ ਦੇ ਨਾਲ ਮਨੁੱਖਤਾ ਹੋਰ ਸ਼ਰਮਸਾਰ ਹੋ ਰਹੀ ਹੈ, ਹੋਰ ਮਨੁੱਖਤਾਈ ਦੇ ਉੱਤੇ ਕਲੰਕ ਲੱਗ ਰਿਹਾ, ਇਸਲਾਮ ਦੇ ਉੱਤੇ ਕਲੰਕ ਲੱਗ ਰਿਹਾ ਹੈ। ਜਿਹੜੇ ਨਿਰਦੋਸ਼ ਸਿੱਖ ਸੀਗੇ ਉਹਨਾਂ ਦੇ ਸੀਸ 'ਤੇ ਗੁਰਬਾਣੀ ਪੜ੍ਹਦਿਆਂ ਦੇ ਉੱਤੇ ਆਰਾ ਚਲਵਾਇਆ ਹੈ। ਇਸ ਤੋਂ ਵੱਡਾ ਕੋਈ ਪਾਪ ਧਰਤੀ 'ਤੇ ਨਹੀਂ ਜੋ ਔਰੰਗਜ਼ੇਬ ਨੇ ਭਾਈ ਮਤੀ ਦਾਸ ਜੀ ਨੂੰ ਚਿਰਵਾ ਕੇ ਕੀਤਾ। ਅਤੇ ਦੂਸਰੀ ਵਾਰੀ ਔਰੰਗਜ਼ੇਬ ਕਹਿੰਦਾ ਕਿ ਹੋਰ ਸਖਤਾਈ ਕਰੋ,
ਜੇ ਗੁਰੂ ਨਹੀਂ ਮੰਨਦਾ ਹੋਰ ਗੁਰੂ ਨੂੰ ਮਨਾਓ, ਤਸੀਹੇ ਵਧਾਓ, ਪਰ ਗੁਰੂ ਨੂੰ ਸ਼ਰ੍ਹਾ ਦੇ ਅੰਦਰ ਲੈ ਕੇ ਆਓ, ਇਸਲਾਮ ਕਬੂਲ ਕਰਵਾਓ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜੇ ਨਾਲ ਆਏ 3 ਸਿੰਘ ਹੋਰ ਨੇ, 4 ਸਿੰਘ, ਇੱਕ ਦੀ ਤਾਂ ਸ਼ਹਾਦਤ ਹੋ ਗਈ, ਪਰ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਚੋਂ ਦੋਨੋਂ ਸਿੱਖ ਸਨਮੁਖ ਮਹਾਰਾਜ ਦੇ ਬੈਠੇ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦੇਖਿਆ ਬਈ ਭਾਈ ਮਤੀ ਦਾਸ ਜੀ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਹੈ, ਸਤਿਗੁਰਾਂ ਨੇ ਉਹਨਾਂ ਨੂੰ ਸੱਚਖੰਡ ਦੇ ਅੰਦਰ ਥਾਂ ਦਿੱਤੀ, ਆਪਣੇ ਚਰਨਾਂ ਦਾ ਨਿਵਾਸ ਬਖਸ਼ ਕੇ ਉਹਨਾਂ ਨੂੰ ਨਿਵਾਜਿਆ। ਤੇ ਫਿਰ ਐਦੀਏ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਫਿਰ ਉਹੀ ਨੀਚ ਸ਼ਰਤਾਂ ਗੁਰੂ ਸਾਹਿਬ ਦੇ ਅੱਗੇ ਰੱਖੀਆਂ, ਮਹਾਰਾਜ ਇਸਲਾਮ ਕਬੂਲ ਕਰ ਲਓ, ਕਰਾਮਾਤ ਦਿਖਾ ਲਓ, ਪਰ ਗੁਰਦੇਵ ਮਹਾਰਾਜ ਨੇ ਮੂੰਹ ਵੀ ਨਾ ਕਰਿਆ ਉਹਨਾਂ ਵੱਲ। ਉਹਨਾਂ ਨੇ ਫਿਰ ਆਪਣੇ ਐਦੀਆਂ ਨੂੰ ਕਿਹਾ ਵੀ ਦੋਵਾਂ ਨੂੰ ਹੋਰ ਗ੍ਰਿਫਤਾਰ ਕਰੋ, ਭਾਈ ਸਤੀ ਦਾਸ ਜੀ ਨੂੰ ਤੇ ਭਾਈ ਦਿਆਲਾ ਜੀ ਨੂੰ ਲੋਹੇ ਦੇ ਅੰਦਰ, ਜਿਨ੍ਹਾਂ ਨੂੰ ਜੰਜ਼ੀਰਾਂ ਦੇ ਅੰਦਰ ਬੰਨਿਆ ਪਿਆ ਸੀਗਾ, ਉਹਨਾਂ ਨੂੰ ਪਕੜ ਕੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਲੈ ਆਏ। ਕਾਜ਼ੀ ਨੇ ਫਤਵਾ ਸੁਣਾਇਆ, ਜਿਹੜੇ ਭਾਈ ਸਤੀ ਦਾਸ ਨੇ, ਮਤੀ ਦਾਸ ਦੇ ਭਰਾਤਾ ਨੇ, ਉਹਨਾਂ ਨੂੰ ਰੂੰ ਦੇ ਵਿੱਚ ਪੂਰਾ ਬੰਨ੍ਹ ਕੇ ਤੇ ਜ਼ਿੰਦਾ ਜਲਾ ਦਿੱਤਾ ਜਾਵੇ। ਜਦੋਂ ਭਾਈ ਮਤੀ ਦਾਸ ਜੀ ਦੀ ਆ ਗਤੀ ਦੇਖੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਭਾਈ ਮਤੀ ਦਾਸ ਜੀ ਮੁਸਕਰਾ ਕੇ ਦੇਖੇ, ਕਿਹਾ ਪਾਤਸ਼ਾਹ। ਭਾਈ ਸਤੀ ਦਾਸ ਜੀ ਨੇ ਮੁਸਕਰਾ ਕੇ ਦੇਖਿਆ, ਕਿਹਾ ਪਾਤਸ਼ਾਹ, ਜਿਸ ਤਰ੍ਹਾਂ ਮੇਰੇ ਭਰਾ ਨੂੰ ਤੁਸੀਂ ਪੀੜੀ ਜਿੰਨੀ ਥਾਂ ਸੱਚਖੰਡ 'ਚ ਦਿੱਤੀ ਹੈ, ਕਿਰਪਾ ਕਰੋ ਮੈਂ ਵੀ ਇਸ ਇਮਤਿਹਾਨ ਦੇ ਅੰਦਰ ਮਹਾਰਾਜ ਪਾਸ ਹੋ ਸਕਾਂ, ਤੁਹਾਡੇ ਚਰਨਾਂ ਦੇ ਅੰਦਰ ਏਕਤਾ ਬਣ ਸਕੇ, ਸ਼ਹਾਦਤ ਦਾ ਜਾਮ ਬਿਨਾਂ ਡੋਲੇ ਗੁਰੂ ਦੀ ਕਿਰਪਾ ਦੇ ਨਾਲ ਪੀ ਸਕਾਂ। ਪਾਤਸ਼ਾਹ ਨੂੰ ਮੱਥਾ ਟੇਕ ਕੇ ਦੋਨੋਂ ਗੁਰੂ ਕੇ ਸੂਰਮੇ ਸਿੰਘ, ਖਾਲਸਾ ਜੀ ਮੱਘਰ ਦਾ ਮਹੀਨਾ ਹੈ, ਠੰਡ ਤਾਂ ਪੈ ਰਹੀ ਹੈ, ਪਰ ਗੁਰੂ ਕੇ ਸਿੱਖਾਂ ਦੇ ਸਰੀਰ ਤੇ ਕੇਵਲ ਇੱਕ ਸੀਸ ਤੇ ਦੁਮਾਲਾ ਤੇ ਥੱਲੇ ਕਛਹਿਰਾ, ਠੰਡ ਦੇ ਅੰਦਰ ਸਿੰਘਾਂ ਦੇ ਉੱਤੇ ਬਹੁਤ ਤਸ਼ੱਦਦ ਦੇ ਨਾਲ ਕਾਜ਼ੀ ਨੇ ਫਤਵਾ ਸੁਣਾਇਆ ਹੈ। ਕੋਈ ਰਹਿਮ ਨਹੀਂ ਆਇਆ ਉਹਨਾਂ ਜ਼ੁਲਮੀਆਂ ਨੂੰ। ਗੁਰੂ ਕੇ ਬਾਣੀ ਪੜਨ ਵਾਲੇ ਨਿਰਦੋਸ਼ ਸਿੱਖਾਂ ਨੂੰ ਕਿਹਾ ਜਿੰਦਾ ਰੂਹ 'ਚ ਬਣ ਕੇ ਸਾੜੋ। ਗੱਡੇ ਰੂਹ ਦੇ ਤਿਆਰ ਹੋ ਗਏ, ਭਾਈ ਸਤੀ ਦਾਸ ਦੇ ਉੱਤੇ ਰੂਹ ਬੰਨ੍ਹ ਦਿੱਤੀ, ਚਾਰੋਂ ਪਾਸੇ ਹੀ ਰੱਸਾ ਬੰਨ੍ਹ ਦਿੱਤਾ। ਰੱਸਾ ਬੰਨ੍ਹ ਕੇ ਸਾਰੀ ਰੂਹ ਦੋਵੇਂ ਪਾਸੇ ਬੰਨ੍ਹ ਕੇ ਸੀਸ ਤੱਕ ਭਾਈ ਸਾਹਿਬ ਦੇ ਰੂਹ ਦੇ ਨਾਲ ਮੜ ਦਿੱਤਾ। ਜਦੋਂ ਭਾਈ ਸਤੀ ਦਾਸ ਜੀ ਨੂੰ ਪੂਰੀ ਰੂਹ ਦੇ ਨਾਲ ਬੰਨ੍ਹ ਕੇ ਮਸ਼ਾਲ ਲੈ ਕੇ ਜਲਾਦ ਅੱਗ ਲਗਾਉਣ ਲੱਗਾ ਤੇ ਭਾਈ ਸਾਹਿਬ ਨੇ ਵੀ ਆਪਣੇ ਵੱਡੇ ਭਰਾਤਾ ਦੀ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਅੱਜ ਜਦੋਂ ਬੱਚਿਆਂ ਨੂੰ ਪੁੱਛੀਦਾ ਹੈ ਨਾ ਬਈ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਤੇ ਉਹ ਅੱਗੋਂ ਕਹਿੰਦੇ ਨੇ ਬਈ ਬਾਬਾ ਜੀ ਅੱਜ ਤਾਂ ਉੱਠੇ 10 ਵਜੇ ਸੀ, ਕੀਤਾ ਨਹੀਂ ਪਾਠ। ਸੱਚੀ ਖਾਲਸਾ ਜੀ ਇੱਕ ਵਾਰੀ ਮਨ ਰੂੰਧਿਆ ਜਾਂਦਾ ਹੈ। ਜਿਹੜੇ ਗੁਰਸਿੱਖ ਰੂਹ ਦੇ ਨਾਲ ਸਾੜੇ ਜਾ ਰਹੇ ਨੇ ਉਹ ਨਹੀਂ ਜਪਜੀ ਸਾਹਿਬ ਦਾ ਪਾਠ ਛੱਡਦੇ। ਸਾਡੇ ਬੱਚਿਆਂ ਦੇ ਕੋਲ ਘਰ ਦੇ ਅੰਦਰ ਕਿਸੇ ਗੱਲ ਦੀ ਕਮੀ ਨਹੀਂ, ਸਾਡੇ ਕੋਲ ਕਿਸੇ ਗੱਲ ਦੀ ਕਮੀ ਨਹੀਂ, ਪਰ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਇਹ ਸੱਚਾਈ ਹੈ। ਅਸੀਂ ਗੁਰੂ ਦੀ ਬਾਣੀ ਨਹੀਂ ਪੜ੍ਹਦੇ। ਗੁਰੂ ਦੇ ਸਿੱਖ ਕਿੰਨੀ ਕਰਨੀ ਵਾਲੇ ਨੇ, ਕਿੰਨੀ ਔਖਿਆਈ 'ਚ ਨੇ, ਕਿੰਨੀ ਦਿੱਕਤ 'ਚ ਨੇ, ਜਿੰਦਾ ਸਾੜਿਆ ਜਾ ਰਿਹਾ ਸਰੀਰ ਨੂੰ, ਪਰ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਜਿੰਦਾ ਜਲ ਰਿਹਾ ਸਿੱਖ ਮਸ਼ਾਲ ਦੇ ਨਾਲ, ਪੂਰਾ ਚਮੜੀ ਨੂੰ ਜਿਹੜੀ ਅੱਗ ਹੈ ਨਾ ਉਹ ਫੜ ਰਹੀ ਹੈ, ਇੱਕ ਇੱਕ ਰੋਮ ਸੜ ਰਿਹਾ, ਕੇਸਾਂ ਤੱਕ ਅੱਗ ਪਹੁੰਚ ਗਈ, ਪਰ ਸਿੱਖ ਨੇ ਮੂੰਹ ਤੋਂ ਉਫ ਨਹੀਂ ਬੋਲੀ। ਸਿੱਖ ਨੇ ਮੂੰਹ ਤੋਂ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ। ਜਦ ਤੱਕ ਰੂਹ ਦੇ ਨਾਲ ਭਾਈ ਸਤੀ ਦਾਸ ਜੀ ਦਾ ਸੀਸ ਸੜਦਾ ਰਿਹਾ, ਤਦ ਤੱਕ ਉਹ ਆਪਣੇ ਗੁਰੂ ਦੀ ਬਾਣੀ ਨੂੰ ਰਸਨਾ ਨਾਲ ਜਪਦੇ ਰਹੇ ਤੇ ਆਪਣਾ ਸਿਦਕ ਨਹੀਂ ਹਾਰਿਆ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਦੂਸਰੇ ਪਾਸੇ ਭਾਈ ਦਿਆਲਾ ਜੀ ਨੂੰ ਤਪਦੀ ਦੇਗ ਦੇ ਅੰਦਰ ਉਬਾਲਣ ਦਾ ਹੁਕਮ ਹੋਇਆ।
ਦੇਗ ਦਾ ਪਾਣੀ ਬਲ ਬਲ ਕੇ ਉੱਪਰ ਉਛਾਲੇ ਖਾ ਕੇ ਬਾਹਰ ਨੂੰ ਆ ਰਿਹਾ ਹੈ। ਪਰ ਭਾਈ ਦਿਆਲਾ ਜੀ ਨੂੰ ਹੁਕਮ ਹੋਇਆ ਵੀ ਤੁਸੀਂ ਇਸ ਦੇਗ ਦੇ ਅੰਦਰ ਉਬਲਦੇ ਪਾਣੀ ਦੇ ਅੰਦਰ ਜਾ ਕੇ ਬਹਿ ਜਾਓ। ਭਾਈ ਦਿਆਲਾ ਜੀ ਨੇ ਆਪਣੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕੀਤਾ, ਬਾਣੀ ਪੜ੍ਹਦੇ ਉਹ ਵੀ ਤਪਦੇ ਹੋਏ ਉਸ ਦੇਗਚੇ ਦੇ ਅੰਦਰ ਜਿੱਥੇ ਪਾਣੀ ਉਬਲ ਰਿਹਾ ਸੀ ਜਾ ਕੇ ਵਿੱਚ ਬੈਠ ਗਏ। ਤੇ ਉਹਨਾਂ ਜ਼ਾਲਮਾਂ ਨੇ ਵੀ ਕੋਈ ਘੱਟ ਨਾ ਕੀਤੀ ਤਸ਼ੱਦਦ ਦੇਣ ਦੀ, ਉੱਪਰੋਂ ਖਾਲਸਾ ਜੀ ਢੱਕਣ ਬੰਦ ਕਰ ਦਿੱਤਾ। ਜਦੋਂ ਭਾਈ ਦਿਆਲਾ ਜੀ ਨੂੰ ਇੰਨਾ ਭਾਰੀ ਤਸੀਹਾ ਦੇਣ ਲੱਗੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਤੇ ਮੂੰਹ ਤੇ ਨਮੋਸ਼ੀ ਆ ਜਾਵੇ, ਅੱਖ 'ਚ ਅੱਥਰੂ ਆ ਜਾਵੇ, ਇਸ ਇੰਤਜ਼ਾਰ ਦੇ ਅੰਦਰ ਕਾਜ਼ੀ ਤੇ ਮੁਲਾਣੇ ਭਾਈ ਦਿਆਲਾ ਜੀ ਦੇ ਸੀਸ ਦੇ ਪੂਰੀ ਚਮੜੀ ਪਿਘਲ ਕੇ ਪਾਣੀ ਦੇ ਨਾਲ ਉੱਤੇ ਆ ਗਈ, ਹੱਡੀਆਂ ਅਲੱਗ ਹੋ ਗਈਆਂ, ਪਰ ਭਾਈ ਦਿਆਲਾ ਜੀ ਨੇ ਸਿਦਕ ਨਹੀਂ ਛੱਡਿਆ। ਗੁਰੂ ਕੇ ਉਹ ਸੂਰਮੇ ਸਿੱਖ ਸਿੱਖੀ ਦੇ ਸਿਦਕ ਦੇ ਅੰਦਰ ਸੱਚਖੰਡ ਤੱਕ ਸਿੱਖੀ ਨੂੰ ਪ੍ਰਵਾਨ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਿੰਜਰੇ ਸਣੇ ਹੀ ਉਠਾ ਕੇ ਮਹਾਰਾਜ ਨੂੰ ਵਾਪਸ ਕਾਰਾਗ੍ਰਹਿ 'ਚ ਲੈ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਉਹੀ ਦੁਬਾਰਾ ਸ਼ਰਤਾਂ ਪੁੱਛਦੇ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਜਵਾਬ ਦਿੱਤਾ, ਉਹ ਸ਼ਰ੍ਹਾ ਦੇ ਵਿੱਚ ਅੰਨੇ ਹੋਏ ਮੂਰਖੋ, ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਈ। ਸਾਡੇ ਅਤਿਅੰਤ ਜਾਨ ਨਾਲ ਪਿਆਰੇ ਸਿੱਖ ਸਾਡੇ ਸਾਹਮਣੇ ਸ਼ਹੀਦ ਹੋ ਗਏ, ਅਸੀਂ ਉਹਨਾਂ ਨੂੰ ਸ਼ਹਾਦਤ ਰੋਕੀ ਨਹੀਂ, ਔਰ ਤੁਸੀਂ ਸਾਨੂੰ ਪੁੱਛ ਰਹੇ ਹੋ ਇਸਲਾਮ ਧਰਮ ਕਬੂਲ ਕਰਨ ਲਈ। ਗੁਰੂ ਤੇਗ ਬਹਾਦਰ ਸਾਹਿਬ ਦੀ ਇਨਕਾਰ ਸੁਣ ਕੇ ਔਰੰਗਜ਼ੇਬ ਤੱਕ ਸਨੇਹ ਪਹੁੰਚੇ ਤੇ ਨਮੋਸ਼ੀ ਹੋਈ ਔਰੰਗਜ਼ੇਬ ਨੂੰ, ਬਈ ਗੁਰੂ ਇੱਦਾਂ ਨਹੀਂ ਈਨ ਮੰਨਣਗੇ। ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ ਵੀ ਹੁਣ ਸ਼ਹਾਦਤ ਨੇੜੇ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਹੜੇ ਨਾਲ ਆਏ ਬਾਬਾ ਗੁਰਦਿੱਤਾ ਤੇ ਭਾਈ ਊਦਾ ਜੀ, ਬਾਬਾ ਗੁਰਦਿੱਤਾ ਜੀ ਬਾਬੇ ਬੁੱਢੇ ਕੀ 6ਵੀਂ ਅੰਸ਼ ਬੰਸ਼ ਨੇ, ਬਾਬੇ ਭਾਨੇ ਦੇ ਪੁੱਤਰ, ਤੇ ਉਹਨਾਂ ਦੇ ਪੁੱਤਰ ਦਾ ਨਾਮ ਬਾਬੇ ਗੁਰਦਿੱਤੇ ਦੇ ਬਾਬਾ ਰਾਮ ਕੋਇਰ ਜੀ, ਜਿਨ੍ਹਾਂ ਨੇ ਗੁਰੂ ਇਤਿਹਾਸ ਸਾਰਾ ਲਿਖਿਆ, ਜੋ 10 ਪਾਤਸ਼ਾਹੀਆਂ ਦਾ ਤੁਸੀਂ ਸੁਣ ਰਹੇ ਹੋ ਨਾ ਇਤਿਹਾਸ, ਇਹ ਸਾਰਾ ਇਤਿਹਾਸ ਬਾਬਾ ਰਾਮ ਕੋਇਰ ਜੀ ਨੇ ਲਿਖਿਆ, ਜੋ ਕਵੀ ਸੰਤੋਖ ਸਿੰਘ ਜੀ ਨੇ ਇਕੱਠਾ ਕੀਤਾ, ਫਿਰ ਹੁਣ ਗੁਰਦੁਆਰਿਆਂ 'ਚ ਉਸਦੀ ਕਥਾ ਹੁੰਦੀ ਹੈ। ਸੋ ਰਹੋ ਵਿਚਾਰ, ਬਾਬਾ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਹੁਕਮ ਲਾਇਆ, ਕਿਹਾ ਗੁਰੂ ਗੋਬਿੰਦ ਸਿੰਘ ਬਾਲ ਗੋਬਿੰਦ ਰਾਏ ਨਾਨਕੇ ਪਿੰਡ ਲਖਨੌਰ ਨੇ, ਤੁਸੀਂ ਛੇਤੀ ਜੇ ਇੱਕ ਸੁਨੇਹਾ ਲੈ ਕੇ ਜਾਓ। ਉਹ ਸੁਨੇਹਾ ਕੀ ਸੀਗਾ? ਉਹ ਸੁਨੇਹਾ ਸੀ ਇਹ ਸ਼ਲੋਕ ਮਹੱਲੇ 9ਵੇਂ ਦੀ ਚਿੱਠੀ, ਜੋ ਗੁਰੂ ਨੇ ਰਾਤ ਸ਼ਲੋਕ ਮਹੱਲੇ 9ਵੇਂ ਦੇ 49 ਸ਼ਲੋਕ 49 ਤੱਕ ਸ਼ਲੋਕ ਸਿੱਖਾਂ ਦੇ ਪ੍ਰਥਾਏ ਲਿਖੇ, ਤੇ ਜਿਹੜਾ 50ਵਾਂ ਤੇ 51ਵਾਂ ਸ਼ਲੋਕ ਹੈ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਤੇ ਦੂਸਰਾ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹ ਦੋਨੋਂ ਸ਼ਲੋਕ ਆਪਣੇ ਮਾਤਾ ਦੇ ਪ੍ਰਥਾਏ ਲਿਖੇ ਸੀ। ਤੇ ਜਿਹੜਾ ਅਗਲਾ ਸ਼ਲੋਕ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ, ਇਹ ਆਪਣੇ ਮਹਿਲਾਂ ਦੇ ਪ੍ਰਥਾਏ ਮਾਤਾ ਗੁਜਰੀ ਦੇ ਪ੍ਰਥਾਏ ਲਿਖਿਆ। ਇੱਥੇ ਤੱਕ ਮਹਾਰਾਜ ਨੇ ਚਿੱਠੀ ਸਾਰੀ ਲਿਖ ਦਿੱਤੀ ਤੇ ਹੁਣ ਗੁਰਦੇਵ ਆਪ ਜੋਤੀ ਜੋਤ ਸਮਾਉਣ ਲੱਗੇ ਨੇ। ਜਦੋਂ ਵੀ ਕੋਈ ਗੁਰੂ ਜੋਤੀ ਜੋਤ ਸਮਾਉਂਦੇ ਸੀ ਤੇ ਮਰਿਆਦਾ ਹੁੰਦੀ ਸੀ ਵੀ ਅਗਲੀ ਪਾਤਸ਼ਾਹੀ ਨੂੰ ਗੁਰਤਾ ਗੱਦੀ ਦੇਣੀ ਹੈ। ਹੁਣ ਮਹਾਰਾਜ ਨੇ ਲਿਖਿਆ, ਦੋਹਰਾ ਪਾਤਸ਼ਾਹੀ 10ਵੀਂ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਾਜਿਓ ਹੋ ਸਹਾਏ। ਗੁਰੂ ਗੋਬਿੰਦ ਸਿੰਘ ਮੇਰੇ ਪੁੱਤਰ ਨੂੰ ਕਹੋ ਇਸ ਚਿੱਠੀ ਦਾ ਜਵਾਬ ਦੇਵੇ, ਇਸ ਚਿੱਠੀ ਦਾ ਜਵਾਬ ਦੇਵੇ ਬਈ ਚਿੱਠੀ ਦਾ ਜਵਾਬ ਕੀ ਹੈ। ਭਾਈ ਗੁਰਦਿੱਤੇ ਜੀ ਨੂੰ ਮਹਾਰਾਜ ਨੇ ਅਗੰਮੀ ਤਾਕਤ ਦੇ ਕੇ ਕਾਰਾਗ੍ਰਹਿ 'ਚੋਂ ਕੱਢ ਦਿੱਤਾ। ਇਸ ਗੱਲ 'ਚੋਂ ਕੋਈ ਮਨੁੱਕਰ ਨਹੀਂ ਹੋ ਸਕਦਾ, ਕਿਉਂਕਿ ਪਾਤਸ਼ਾਹ ਪਹਿਲੀ ਵਾਰੀ ਆਪ ਜਮਨਾ ਤੇ ਇਸ਼ਨਾਨ, ਸਿੰਘਾਂ ਦੇ ਘਰ ਪ੍ਰਸ਼ਾਦਾ ਗੈਬੀ ਤਾਕਤਾਂ ਦੇ ਨਾਲ ਲੈ ਕੇ ਜਾਂਦੇ ਰਹੇ ਨੇ। ਗੁਰੂ ਘਰ ਦੇ ਅੰਦਰ ਸਿੱਖਾਂ ਦੇ ਕੋਲ ਕਰਾਮਾਤ ਕੋਈ ਵੱਡੀ ਗੱਲ ਨਹੀਂ।
ਆਮ ਆ ਜਾਂਦੀ ਹੈ, ਆਮ ਵਾਕ ਸਿੱਧੀ ਤਾਂ ਆਮ ਆ ਜਾਂਦੀ ਹੈ, ਬਹੁਤ ਗੁਰਸਿੱਖਾਂ ਦੇ ਕੋਲ ਹੁੰਦੀ ਵੀ ਹੈ, ਪਰ ਉਸ ਦੇ ਨਾਲ ਭਜਨ ਬੰਦਗੀ ਦੇ ਅੰਦਰ ਬਹੁਤ ਫਰਕ ਪੈਂਦਾ ਹੈ, ਤਾਂ ਗੁਰਸਿੱਖ ਉਸ ਨੂੰ ਵਰਜ ਕੇ ਯੂਜ਼ ਕਰਦੇ ਨੇ। ਸੋ ਰਹੋ ਵਿਚਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬੇ ਗੁਰਦਿੱਤੇ ਕਿਆਂ ਨੂੰ ਇੱਧਰ ਸਾਡੇ ਅੰਬਾਲੇ ਦੇ ਕੋਲ ਲਖਨੌਰ ਸਾਹਿਬ ਭੇਜਿਆ, ਜਿੱਥੇ ਗੁਰੂ ਗੋਬਿੰਦ ਰਾਏ, ਮਾਤਾ ਗੁਜਰੀ, ਮਾਤਾ ਨਾਨਕੀ, ਮਾਮਾ ਕਿਰਪਾਲ ਚੰਦ ਸਾਰੇ ਗੁਰਸਿੱਖ ਇੱਥੇ ਰੁਕੇ ਹੋਏ ਸੀ। ਆ ਕੇ ਸਾਰੀ ਵਾਰਤਾ ਦੱਸੀ, ਤਿੰਨਾਂ ਸਿੰਘਾਂ ਦੀ ਸ਼ਹੀਦੀ ਦੱਸੀ ਵੀ 3 ਸਿੰਘ ਸ਼ਹੀਦ ਹੋ ਗਏ ਨੇ। ਭਾਈ ਸਤੀ ਦਾਸ ਜੀ ਨੂੰ ਰੂਚ ਬੰਨ੍ਹ ਕੇ ਸਾੜ ਦਿੱਤਾ ਗਿਆ, ਭਾਈ ਮਤੀ ਦਾਸ ਜੀ ਨੂੰ ਆਰੇ 'ਚ ਨਾਲ ਚੀਰ ਦਿੱਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ ਚੁਬਾਲ ਦਿੱਤਾ ਗਿਆ। ਜਦੋਂ ਸੰਪੂਰਨ ਸ਼ਹੀਦੀ ਸੁਣਾਈ ਸਾਰੇ ਇੱਕ ਵਾਰੀ ਡਰ ਗਏ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੀ ਅੱਖਾਂ 'ਚੋਂ ਹੰਝੂ ਆਉਣ ਲੱਗ ਪਏ, ਬਈ ਜਿਵੇਂ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਜ਼ੁਲਮਾਂ ਨੇ ਜ਼ਾਲਮਾਂ ਨੇ ਬਖਸ਼ਿਆ ਨਹੀਂ ਸੀ, ਦਿੱਲੀ ਗਏ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਸੀ, ਮੁੜ ਕੇ ਨਹੀਂ ਆਏ। ਹੁਣ ਮੇਰਾ ਪੁੱਤਰ ਨਾਨਕੀ ਮਾਤਾ ਬੋਲਦੀ ਹੈ, ਉਹ ਵੀ ਚਲਾ ਗਿਆ, ਹੁਣ ਪਤਾ ਨਹੀਂ ਮੁੜ ਕੇ ਆਏਗਾ ਕਿ ਨਹੀਂ। ਜਿਨ੍ਹਾਂ ਨੇ ਸਿੰਘਾਂ ਦੇ ਉੱਤੇ ਇੰਨੀ ਸ਼ਹਾਦਤਾਂ ਗੁਰਜਾਰੀਆਂ ਨੇ, ਇੰਨੇ ਤਸੀਹੇ ਦਿੱਤੇ ਨੇ, ਉਹ ਮੇਰੇ ਪੁੱਤਰ ਨੂੰ ਨਹੀਂ ਛੱਡਣਗੇ। ਮਾਤਾ ਵਿਰਾਗ ਕਰ ਗਈ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਠੀ ਪੜ੍ਹਦੇ ਨੇ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ, ਆਪਣੇ ਪਿਤਾ ਜੀ ਦੀ, ਵੀ ਅਨੰਦਪੁਰ ਸਾਹਿਬ ਜਾਣ ਦਾ ਹੁਕਮ ਹੈ। ਹੁਣ ਤੁਸੀਂ ਜਾਣਦੇ ਹੋ ਲਖਨੌਰ ਸਾਹਿਬ ਦਾ ਇਤਿਹਾਸ ਅਸੀਂ ਪਿੱਛੇ ਪੂਰੇ ਵਿਸਤਾਰ ਦੇ ਅੰਦਰ ਸਰਵਣ ਕੀਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਖੂਹ ਲਵਾਏ, ਖੁੱਦੋ ਖੁੰਡੀ ਦਾ ਖੇਡ ਖੇਡਿਆ, ਸਰਪ ਦਾ ਉਧਾਰ ਕੀਤਾ, ਕੋੜੀ ਦਾ ਕੋੜ ਦੂਰ ਕੀਤਾ, ਜਿਹੜਾ ਖਾਰਾ ਖੂਹ ਸੀ ਉੱਥੇ ਉਹ ਮਿੱਠਾ ਹੋਇਆ। ਲਖਨੌਰ ਸਾਹਿਬ ਦਾ ਇਤਿਹਾਸ ਅਸੀਂ ਪਿੱਛੇ ਬਾਂਝ ਕੇ ਆਏ ਹਾਂ ਵਿਸਤਾਰ 'ਚ। ਉਧਰ ਮਹਾਰਾਜ ਲਖਨੌਰ ਸਾਹਿਬ ਤੋਂ ਫਿਰ ਵਾਪਸ ਕੀਰਤਪੁਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਨਾਨਕੀ, ਮਾਤਾ ਗੁਜਰੀ ਤੇ ਮਾਮਾ ਕਿਰਪਾਲ ਚੰਦ ਲਖਨੌਰ ਸਾਹਿਬ 7 ਮਹੀਨੇ ਰਹਿ ਕੇ ਇਹ ਜਦੋਂ ਮਹਾਰਾਜ ਲਖਨੌਰ ਸਾਹਿਬ ਗਏ ਨੇ, ਬਿਲਕੁਲ ਇੱਥੇ ਲਾਗੇ ਹੀ ਊਂਟਸਰ ਪਿੰਡ ਹੈ, ਉੱਥੇ ਦਾ ਘੋਗਾ ਮਸੰਦ ਸੀ। ਉਹ ਗੁਰੂ ਦਾ ਦਸਵੰਧ ਤੇ ਰੱਖਦਾ ਹੀ ਸੀਗਾ, ਗੁਰੂ ਘਰ ਦੇ ਅੰਦਰ ਆਉਣ ਵਾਲੀਆਂ ਮਾਤਾਵਾਂ ਭੈਣਾਂ ਦੇ ਉੱਤੇ ਭੈੜੀ ਨਿਗਾਹ ਰੱਖਦਾ ਸੀ। ਗੁਰੂ ਸਾਹਿਬ ਮਹਾਰਾਜ ਨੇ ਉਹਦਾ ਸੋਧਾ ਲਾਇਆ ਸੀਗਾ, ਬਾਲ ਰੂਪ ਦੇ ਅੰਦਰ ਹੀ ਮਹਾਰਾਜ ਨੇ ਉਸਦਾ ਸੋਧਾ ਲਾ ਕੇ ਉਹਨੂੰ ਮਹਾਰਾਜ ਨੇ ਉੱਥੇ ਦੀ ਸੰਗਤ ਨੂੰ ਸਹੀ ਰਾਹ ਪਾ ਕੇ ਉੱਥੇ ਧਰਮਸਾਲ ਬਣਵਾਈ ਸੀ, ਉਹ ਇੱਥੇ ਸਥਾਨ ਬਣਿਆ ਹੋਇਆ। ਸੋ ਮਹਾਰਾਜ ਕੀਰਤਪੁਰ ਸਾਹਿਬ ਪੜਾਅ ਕੀਤਾ ਗੁਰੂ ਗੋਬਿੰਦ ਰਾਏ ਮਹਾਰਾਜ ਨੇ, ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਉੱਥੇ ਜਿਹੜੇ ਬਾਬਾ ਗੁਰਦਿੱਤਾ ਚਿੱਠੀ ਲੈ ਕੇ ਆਏ ਸੀਗੇ, ਜਿਸ ਦੇ ਅੰਦਰ ਇਹ ਸੁਨੇਹਾ ਸੀ, ਉਹਦੇ ਬਾਅਦ ਮਹਾਰਾਜ ਨੇ ਉਹ ਚਿੱਠੀ ਜਿਸ ਦੇ ਅੰਦਰ ਸ਼ਲੋਕ ਮਹੱਲਾ 9ਵਾਂ ਸੀ, ਉਹ ਅਨੰਦਪੁਰ ਸਾਹਿਬ ਮਹਾਰਾਜ ਜੀ ਨੇ ਬਾਂਚੀ ਪੂਰੀ ਚਿੱਠੀ, ਜਿਸ ਦੇ ਅੰਦਰ ਸਾਰੀ ਬਾਣੀ ਦੇ ਅੰਦਰ ਵਿਰਾਗ, ਗਿਆਨ, ਮਾਇਆ ਤੋਂ ਉਪਰਾਮਤਾ, ਭਗਤੀ, ਹੋਰ ਬੇਅੰਤ ਤਰ੍ਹਾਂ ਦੇ ਉਪਦੇਸ਼ ਤੁਸੀਂ ਪਿੱਛੇ ਸਰਵਣ ਕਰਕੇ ਆਏ ਹੋ। ਆਓ ਹੁਣ ਅਸੀਂ ਵਿਸਤਾਰ ਦੇ ਨਾਲ ਕਥਾ ਸਰਵਣ ਕਰੀਏ। ਅੱਜ 10ਵੇਂ ਪਾਤਸ਼ਾਹ ਦਾ ਕੁਦਰਤੀ ਸਬਬ ਬਣਿਆ ਹੈ, ਕੁਦਰਤ ਵੱਲੋਂ ਹੀ ਅੱਜ 10ਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ, ਤੇ ਉਹੀ ਕਥਾ ਆ ਗਈ। ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ। ਆਓ ਹੁਣ ਉਹ ਵਿਚਾਰ ਲਈਏ ਇਤਿਹਾਸ। ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਇਹ ਹੁਣ ਉਹ ਚਿੱਠੀ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਹਿਲੇ 49 ਸ਼ਲੋਕ ਘੱਲੇ ਸੀਗੇ। ਇਹ ਸਾਡੇ ਸਾਰਿਆਂ ਲਈ ਉਪਦੇਸ਼ ਹੈ, ਕਿਉਂਕਿ ਸਿੱਖ ਵੀ ਵਿਰਾਗ ਕਰ ਰਹੇ ਨੇ ਵੀ ਮਹਾਰਾਜ ਆਪਣੀ ਸ਼ਹਾਦਤ ਦੇ ਰਹੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਹ ਚਿੱਠੀ ਪੜਵਾ ਰਹੇ ਨੇ ਬਾਬੇ ਗੁਰਦਿੱਤੇ ਕਿਆਂ ਤੋਂ। ਸੰਗਤ ਸਾਰੀ ਇੱਦਾਂ ਹੀ ਸੁਣ ਰਹੀ ਹੈ। ਅੱਜ ਵਾਲਾ ਦਿਨ ਹੈ ਸ਼ਹਾਦਤ ਦਾ, ਗੁਰਤਾ ਗੱਦੀ ਮਹਾਰਾਜ ਨੇ ਦੇਣੀ ਆ ਅੱਜ ਵਾਲੇ ਦਿਨ। ਉਹ ਸ਼ਲੋਕ ਵੀ ਅੱਜ ਹੀ ਆ ਗਏ ਨੇ। ਆਪਣੇ ਜ਼ਿਹਨ ਦੇ ਅੰਦਰ ਇਹ ਗੱਲ ਲੈ ਕੇ ਆਈਏ ਵੀ ਉਹ ਅੱਜ ਦਾ ਦਿਨ ਹੀ ਹੈ, ਅੱਜ ਦੀ ਉਹ ਕਥਾ ਹੀ ਆ ਰਹੀ ਹੈ। ਬੜੇ ਪ੍ਰੇਮ ਦੇ ਨਾਲ ਸਰਵਣ ਕਰੀਏ। ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਹੇ ਪ੍ਰਾਣੀ, ਤੂੰ ਰਾਮ ਦਾ ਨਾਮ ਕਿਉਂ ਨਹੀਂ ਚੇਤੇ ਕਰਦਾ? ਕਿਉਂ ਮਾਇਆ ਦੇ ਅੰਦਰ ਆਪਣਾ ਦਿਨ ਬਤੀਤ ਕਰਦਾ ਹੈ? ਮਾਇਆ ਦੇ ਧੰਦੇ ਛੱਡ ਕੇ ਰਾਮ ਦੇ ਨਾਮ ਨਾਲ ਕਿਉਂ ਨਹੀਂ ਜੁੜਦਾ? ਕਿਉਂ ਅੰਨਾ ਹੋਇਆ ਫਿਰਦਾ ਮਾਇਆ ਵਿੱਚ? ਕਹੋ ਨਾਨਕ ਹਰ ਭਜਨ ਬਿਨ ਭਰਤ ਤਾਏ ਜਮ ਖੰਡ। ਜੇ ਤੂੰ ਮਾਇਆ ਦੇ ਅੰਦਰ ਲੱਗਿਆ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ
ਹਰੀ ਦੇ ਭਜਨ ਤੋਂ ਬਿਨਾਂ ਤੈਨੂੰ ਜਮਾਂ ਦੀ ਫਾਹੀ ਪੈ ਜਾਵੇਗੀ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਏ। ਜੇ ਤੂੰ ਅੱਜ ਸੁਖੀ ਹੈ, ਤੇਰੇ ਬਹੁਤ ਸਾਥੀ ਬਣ ਜਾਣਗੇ। ਤੂੰ ਜਵਾਨ ਹੈ, ਤੈਨੂੰ ਲੋਕ ਬਹੁਤ ਵਾਹ-ਵਾਹ ਕਰਨਗੇ। ਤੇਰੇ ਬੜੇ ਹੀ ਸਾਥੀ ਮਿੱਤਰ ਬਣ ਜਾਣਗੇ। ਤੇਰੇ ਕੋਲ ਅਹੁਦਾ ਹੈ, ਤੈਨੂੰ ਲੋਕ ਆ ਕੇ ਸਲਾਮ ਕਰਨਗੇ। ਮਹਾਰਾਜ ਕਹਿੰਦੇ ਸੁਖ ਦੇ ਸਾਥੀ ਬੜੇ ਨੇ, ਦੁੱਖ ਮੈਂ ਸੰਗ ਨਾ ਕੋਏ। ਜੇ ਤੇਰਾ ਸਰੀਰ ਬਿਮਾਰ ਪੈ ਗਿਆ, ਤੇਰੇ ਕੋਲ ਧਨ ਚਲਾ ਗਿਆ, ਤੇ ਤੇਰਾ ਕਿਸੇ ਨੇ ਵੀ ਸਾਥ ਨਹੀਂ ਦੇਣਾ। ਗੱਲ ਮਨ 'ਚ ਜਾਣ ਲੈ। ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਤੂੰ ਹਰੀ ਦਾ ਭਜਨ ਕਿਉਂ ਨਹੀਂ ਕਰਦਾ, ਜਿਸ ਨੇ ਅੰਤਲੇ ਵੇਲੇ ਤੇਰੀ ਸਹਾਇਤਾ ਕਰਨੀ ਹੈ। ਹਰੀ ਦਾ ਭਜਨ ਕਰਿਆ ਕਰ। ਕਹੋ ਨਾਨਕ ਹਰਿ ਭਜ ਮਨਾ, ਕਹੋ ਨਾਨਕ ਹਰਿ ਭਜ ਮਨਾ। ਕਹੋ ਨਾਨਕ ਹਰਿ ਭਜ ਮਨਾ, ਕਹੋ ਨਾਨਕ ਹਰਿ ਭਜ ਮਨਾ। ਅੰਤ ਸਹਾਈ ਹੋਏ, ਅੰਤ ਸਹਾਈ ਹੋਏ। ਅੰਤ ਸਹਾਈ ਹੋਏ, ਅੰਤ ਸਹਾਈ ਹੋਏ। ਅੰਤਲੇ ਵੇਲੇ ਉਹ ਹਰੀ ਦੇ ਨਾਮ ਤੋਂ ਇਲਾਵਾ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇਸ ਧਰਤੀ ਦੇ ਉੱਤੇ ਵੱਡੇ ਵੱਡੇ ਰਾਜੇ ਹੋ ਕੇ ਆ ਗਏ, ਪਰ ਅਖੀਰ ਨੂੰ ਉਹਨਾਂ ਨੂੰ ਇਸ ਗੱਲ ਨੂੰ ਮੰਨਣਾ ਪਿਆ ਵੀ ਹਰੀ ਦਾ ਨਾਮ ਸਰਵ ਸ੍ਰੇਸ਼ਟ ਹੈ। ਹਰੀ ਦਾ ਨਾਮ ਹੀ ਮੇਰਾ ਕਲਿਆਣ ਕਰ ਸਕਦਾ ਹੈ। ਭਗਵਾਨ ਰਾਮ ਨੇ ਜਦੋਂ ਰਾਵਣ ਨੂੰ ਤੀਰਾਂ ਦੇ ਨਾਲ ਵਿੰਨ ਦਿੱਤਾ, ਸੁੱਟ ਦਿੱਤਾ, ਮਾਰ ਦਿੱਤਾ, 10 ਸਿਰ ਵੱਢ ਦਿੱਤੇ, ਅੰਮ੍ਰਿਤ ਕੁੰਡ ਦੇ ਅੰਦਰ, ਨਾਭੀ ਦੇ ਅੰਦਰ ਰਾਵਣ ਦੇ ਬਾਣ ਮਾਰਿਆ। ਰਾਵਣ ਚੜ੍ਹਾਈ ਕਰਨ ਲੱਗਾ, ਅਖੀਰਲੇ ਸਵਾਸਾਂ ਤੇ ਸੀਗਾ। ਭਗਵਾਨ ਰਾਮ ਦਾ ਨਾਮ ਬਹੁਤ ਅਨਾਦਰ ਦੇ ਨਾਲ ਲੈਂਦਾ ਸੀ। ਅਖੀਰਲੇ ਵੇਲੇ ਭਗਵਾਨ ਰਾਮ ਤੇ ਲਕਸ਼ਮਣ ਉਹਨਾਂ ਦੀ ਸਈਆ ਦੇ ਕੋਲ ਪਹੁੰਚ ਗਏ, ਜਿੱਥੇ ਰਾਵਣ ਲੇਟੇ ਹੋਏ ਸੀ, ਤੇ ਬਹੁਤ ਪ੍ਰੇਮ ਦੇ ਨਾਲ ਭਗਵਾਨ ਰਾਮ ਨੂੰ ਉੱਠ ਤਾਂ ਸਕਦਾ ਨਹੀਂ ਸੀ ਰਾਵਣ, ਬੜੇ ਪ੍ਰੇਮ ਦੇ ਨਾਲ ਬੁਲਾਇਆ, ਰਾਮ ਰਾਮ। ਜਦੋਂ ਰਾਮ ਬੋਲਿਆ, ਸਵਾਸ ਨਿਕਲ ਗਏ, ਮੁਕਤ ਹੋ ਗਿਆ। ਰਾਵਣ ਮੁਕਤ ਹੋਇਆ। ਜੋ ਵੀ ਭਗਵਾਨ ਦੇ ਹੱਥੋਂ ਮਰਦਾ ਮੁਕਤ ਹੋ ਜਾਂਦਾ। ਦੈਂਤ ਜਿਹੜੇ ਹੁੰਦੇ ਨੇ ਨਾ, ਦੈਂਤ ਤੇ ਇੱਕ ਦੇਵਤੇ ਹੁੰਦੇ ਨੇ। ਦੋ ਤਰ੍ਹਾਂ ਦੇ ਨਾਲ ਪ੍ਰਭੂ ਨੂੰ ਮਿਲਿਆ ਜਾ ਸਕਦਾ। ਜੇ ਭਗਤੀ ਕਰੋਗੇ ਤਾਂ 4 ਯੁੱਗ ਲੱਗਦੇ ਨੇ। ਜੇ ਪਰਮੇਸ਼ਵਰ ਦੇ ਨਾਲ ਵੈਰ ਕਰ ਲਓਗੇ ਤੇ ਇੱਕੋ ਵਾਰੀ 'ਚ ਹੀ ਮੁਕਤ ਹੋ ਜਾਂਦੇ ਨੇ। ਹਰਨਾਕਸ਼ ਨੇ ਪ੍ਰਭੂ ਦੀ ਭਗਤੀ ਕਰੀ ਤੇ ਪਰਮਾਤਮਾ ਨੂੰ ਕੀ ਮੰਗਿਆ? ਕਿਹਾ ਪਰਮਾਤਮਾ ਮੈਂ ਮੁਕਤ ਹੋਣਾ ਚਾਹੁੰਦਾ। ਤੇ ਕਿਹਾ ਕਿੱਦਾਂ ਮੁਕਤ ਹੋਣਾ ਹੈ? ਕਿਹਾ ਛੇਤੀ ਪਰ ਛੇਤੀ ਮੁਕਤ ਹੋਣਾ। ਕਿਹਾ ਫੇਰ ਤੂੰ ਮੇਰਾ ਵੈਰੀ ਬਣ ਜਾ। ਜਦੋਂ ਤੂੰ ਮੇਰਾ ਵੈਰੀ ਬਣੇਗਾ, ਮੈਂ ਤੈਨੂੰ ਆਪਣੇ ਨੱਖਾਂ ਦੇ ਨਾਲ ਬਿਦਾਰਾਂਗਾ, ਪਾੜਾਂਗਾ, ਤੇ ਮੇਰੇ ਹੱਥੋਂ ਮਰੇਗਾ, ਤੇਰੀ ਮੁਕਤੀ ਹੋ ਜਾਵੇਗੀ। 10ਵੇਂ ਪਾਤਸ਼ਾਹ ਨੇ ਲਿਖਿਆ ਨਾ ਚੰਡੀ ਚਰਿੱਤਰ ਦੇ, ਚੰਡੀ ਦੀ ਵਾਰ ਦੇ ਅੰਦਰ, ਕਿ ਦੇਵਤੇ ਤੇ ਦੈਂਤ ਦੋਨੋਂ ਹੀ ਪਰਮੇਸ਼ਵਰ ਦੇ ਬਣਾਏ ਨੇ। ਸਾਧੂ ਸਤਜੁਗ ਬੀਤਿਆ, ਦਸੀਲੀ ਤ੍ਰੇਤਾ ਆਇਆ, ਨਤਜੀ ਕਾਲ ਸਰੋਸਰੀ, ਕਲ ਨਾਰਦ ਡੋਰੂ ਵਾਇਆ, ਅਭਿਮਾਨ ਉਤਾਰਨ ਦੇਵਤਿਆਂ, ਮਹਿਕਾਸੁਰ ਸੁੰਡ ਉਪਾਇਆ। ਜਿਹੜੇ ਦੈਂਤ ਨੇ ਉਹ ਵੀ ਤਾਂ ਪਰਮਾਤਮਾ ਨੇ ਹੀ ਬਣਾਏ ਨੇ, ਤੇ ਉਹ ਜਿਹੜੇ ਦੈਂਤ ਨੇ ਉਹਨਾਂ ਨੂੰ ਜਦੋਂ ਮਾਰਦਾ ਤੇ ਉਹ ਮੁਕਤ ਕਰ ਦਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਕਿ ਜਿਹੜੇ ਵੀ ਵਿਅਕਤੀ ਮੁਕਤ ਹੋਣਾ ਚਾਹੁੰਦੇ ਨੇ ਉਹ ਪਰਮੇਸ਼ਵਰ ਨੂੰ ਆਰਾਧਦੇ ਨੇ। ਤੇ ਰਾਵਣ ਨੇ ਅਖੀਰਲੇ ਵੇਲੇ ਕਿਹਾ ਰਾਮ ਮੁਕਤ ਹੋ ਗਿਆ। ਤੇ ਜੇ ਅੰਤ ਦੇ ਅੰਦਰ ਰਾਮ ਦਾ ਨਾਮ ਲੈਣ ਦੇ ਨਾਲ ਮੁਕਤੀ ਹੋ ਸਕਦੀ ਹੈ, ਤੇ ਤੂੰ ਸਾਰੀ ਉਮਰ ਕਿਉਂ ਨਹੀਂ ਰਾਮ ਦਾ ਨਾਮ ਲੈਂਦਾ? ਕਿਉਂ ਝੋਰੇ ਦੇ ਅੰਦਰ ਉਮਰ ਬਤੀਤ ਕਰਦਾ? ਸਾਰੀ ਉਮਰ ਹੀ ਜਪ ਲੈ। ਜਦ ਪਤਾ ਹੀ ਹੈ ਬਈ ਵਾਹਿਗੁਰੂ ਦੇ ਨਾਮ ਨਾਲ ਮੁਕਤੀ ਹੋਣੀ ਹੈ, ਤੂੰ ਉਹ ਰਾਮ ਦਾ ਨਾਮ ਕਿਉਂ ਨਹੀਂ ਜਪਦਾ? ਹਰੀ ਦਾ ਭਜਨ ਕਿਉਂ ਨਹੀਂ ਕਰਦਾ? ਜਨਮ ਜਨਮ ਭਰ ਮਦ ਥਿਓ, ਮਿਟਿਓ ਨ ਜਮ ਕੋ ਤਰਾਸ। ਜਨਮਾਂ ਜਨਮਾਂਤਰਾਂ ਦੇ ਅੰਦਰ ਭਰਮਣ ਕਰ ਰਹੇ ਆ, 84 ਲੱਖ ਜੂਨੀਆਂ ਦੇ ਅੰਦਰ 42 ਲੱਖ ਜੀ ਜਲ ਮੇ ਹੋਤੇ, 42 ਲੱਖ ਤੇ ਜਲ ਦੀਆਂ ਜੂਨੀਆਂ ਨੇ। ਉਸ ਤੋਂ ਉਪਰੰਤ ਫੇਰ 42 'ਚ ਹੋ 21 ਜਿਹੜੀਆਂ ਨੇ ਹਵਾ 'ਚ ਉੱਡਦੀਆਂ ਨੇ, 21 ਥਲ ਤੇ ਚਲਦੀਆਂ ਨੇ। 84 ਲੱਖ ਜੂਨਾਂ ਦੇ ਅੰਦਰ ਭਰਮਣ ਹੋ ਰਿਹਾ ਹੈ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਹਰੀ ਦਾ ਭਜਨ ਕਰਿਆ ਕਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਨਿਰਭੈ ਪਦਵੀ ਪ੍ਰਾਪਤ ਹੋਵੇਗੀ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਗੁਰਦੇਵ ਮਹਾਰਾਜ
ਕਹਿੰਦੇ ਯਤਨ ਬਹੁਤ ਕਰ ਰਹੇ ਨੇ ਜਗਿਆਸੂ ਜਨ, ਪਰ ਮਨ ਦਾ ਮਾਨ ਨਹੀਂ ਮਿਟਦਾ। ਹੁਣ ਅਸੀਂ ਸਾਰੇ ਭਾਈ ਭੈਣ ਸੰਗਤ ਰੂਪ 'ਚ ਬੈਠੇ ਹਾਂ, ਕੌਣ ਵਿਅਕਤੀ ਨਹੀਂ ਚਾਹੁੰਦਾ ਮੇਰੇ ਮਨ ਦਾ ਮਾਨ ਨਾ ਮਿਟੇ? ਯਤਨ ਵੀ ਕਰਦਾ ਹੈ, 2 ਵੇਲੇ ਸੰਗਤ ਆਉਂਦਾ ਹੈ, ਨਿਤਨੇਮ ਕਰਦਾ ਹੈ, ਗੁਰੂ ਦੇ ਸਿੱਖਾਂ ਨਾਲ ਪ੍ਰੇਮ ਨਾਲ ਵੀ ਬੋਲਦਾ ਹੈ, ਪਰ ਮਨ ਦਾ ਮਾਨ ਤਾਂ ਨਹੀਂ ਮਿਟਦਾ। ਉਹੀ ਗੁਰੂ ਸਾਹਿਬ ਮਹਾਰਾਜ ਜਗਿਆਸੂ ਦੀ ਅਵਸਥਾ ਦੱਸ ਰਹੇ ਨੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਗੁਰਮਤਿ ਸਿਓ ਨਾਨਕ ਫਤਿਹੋ, ਰਾਖ ਲਿਓ ਭਗਵਾਨ। ਦੁਰਮਤ ਦੇ ਅੰਦਰ, ਭੈੜੀ ਮਤ ਦੇ ਅੰਦਰ ਮਨ ਜਿਹੜਾ ਉਹ ਫਸ ਰਿਹਾ ਹੈ, ਤੇ ਗੁਰਦੇਵ ਮਹਾਰਾਜ ਕਹਿੰਦੇ ਮਨ ਦਾ ਮਾਨ ਮਿਟਦਾ ਨਹੀਂ। ਹੇ ਗੁਰਦੇਵ ਮਹਾਰਾਜ ਤੁਸੀਂ ਕਿਰਪਾ ਕਰੋ, ਰਾਖ ਲਿਓ ਭਗਵਾਨ। ਹੇ ਭਗਵਾਨ ਰੂਪ ਨਾਰਾਇਣ ਸਰੂਪ ਪਰਮੇਸ਼ਵਰ ਵਾਹਿਗੁਰੂ ਜੀ, ਤੁਸੀਂ ਮੈਨੂੰ ਬਚਾ ਲਓ, ਮੈਂ ਯਤਨ ਕਰਕੇ ਨਹੀਂ ਬਚ ਸਕਦਾ। ਬਾਲ ਜਵਾਨੀ ਹਰ ਬਿਰਧ ਪੁਨ, ਤੀਨ ਅਵਸਥਾ ਜਾਨ। ਗੁਰਦੇਵ ਮਹਾਰਾਜ ਕਹਿੰਦੇ 3 ਅਵਸਥਾ ਨੇ ਬੰਦੇ ਦੇ ਉੱਤੇ ਹਰ ਤੇ ਆਉਣਗੀਆਂ। ਇੱਕ ਤਾਂ ਬਚਪਨ ਹੈ, ਇੱਕ ਜਵਾਨੀ ਹੈ, ਇੱਕ ਬੁਢੇਪਾ ਹੈ। ਇਹ 3 ਅਵਸਥਾ ਹਰ ਪ੍ਰਾਣਾ ਧਾਰੀ ਜੀਵ ਤੇ ਆਉਣਗੀਆਂ। ਆਓ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਗੁਰਦੇਵ ਮਹਾਰਾਜ ਕਹਿੰਦੇ 3 ਅਵਸਥਾ ਦੇ ਅੰਦਰ ਜੇ ਭਜਨ ਨਾ ਕੀਤਾ ਤਾਂ ਬਿਰਥਾ ਹੀ ਹੈ। ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਬਾਲ ਦੇ ਅੰਦਰ, ਬਚਪਨ ਦੇ ਅੰਦਰ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਫਰੀਦ ਵਰਗੀ ਮਾਂ ਬਲਿਹਾਰ ਜਾਈਏ ਸਾਰਿਆਂ ਨੂੰ ਮਿਲੇ, ਜਿਨੇ ਸ਼ੱਕਰ ਦਾ ਲਾਲਚ ਦੇ ਕੇ ਆਪਣੇ ਬਚਪਨ ਦੇ ਅੰਦਰ ਪੁੱਤਰ ਨੂੰ ਨਾਮ ਦੇ ਨਾਲ ਜੋੜ ਦਿੱਤਾ। ਤੇ ਫਰੀਦ ਦੀ ਮਾਂ ਪੁੱਛਦੀ ਹੈ, ਪੁੱਤਰ ਜਦੋਂ ਸਿੱਧੀ ਪ੍ਰਾਪਤ ਹੋ ਜਾਂਦੀ ਹੈ, ਪੁੱਤਰ ਤੈਨੂੰ ਬਚਪਨ ਦੇ ਅੰਦਰ ਸ਼ੱਕਰ ਦਾ ਲਾਲਚ ਦਿੰਦੀ ਸੀ, ਮੈਨੂੰ ਦੱਸ ਤਾਂ ਸਹੀ, ਹੁਣ ਤੈਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ, ਰੱਬ ਦਾ ਨਾਂ ਕਿਸ ਤਰ੍ਹਾਂ ਦਾ ਹੈ? ਕਿਆ ਮਾਤਾ ਸ਼ੱਕਰ ਖੰਡ ਨਿਵਾਤ ਗੁਰ, ਮਾਖਿਓ ਮਾਝਾ ਦੁੱਧ, ਸਭੇ ਵਸਤੂਆਂ ਮਿੱਠੀਆਂ ਰੱਬ ਨਾ ਪੂਜਣ ਤੁਧ। ਮਾਤਾ ਜੋ ਤੂੰ ਸ਼ੱਕਰ ਦਿੱਤੀ ਸੀ, ਬਚਪਨ ਦੇ ਅੰਦਰ ਆਪਣਾ ਦੁੱਧ ਪਿਆਇਆ ਸੀ, ਸਭ ਕੁਝ ਮਿੱਠਾ ਹੋਵੇਗਾ, ਹੈਗਾ ਮਿੱਠਾ, ਪਰ ਜੋ ਪ੍ਰਭੂ ਦਾ ਨਾਮ ਹੈ ਨਾ, ਉਹਦੀ ਮਹਿਮਾ ਹੀ ਨਹੀਂ ਕਹਿ ਸਕਦੇ। ਉਹ ਇੰਨਾ ਮਿੱਠਾ ਹੈ, ਇੰਨਾ ਮਿੱਠਾ ਹੈ, ਨਾਮ ਜਪ ਕੇ ਅੰਤਿਸ਼ ਕਰਨ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਬਈ ਉਹ ਕਿੰਨਾ ਮਿੱਠਾ ਹੈ। ਸਭੇ ਵਸਤੂ ਮਿੱਠੀਆਂ ਹੋਣਗੀਆਂ ਮਿੱਠੀਆਂ, ਪਰ ਜੋ ਰੱਬ ਦੀ ਪ੍ਰਾਪਤੀ ਦਾ ਆਨੰਦ ਹੈ ਉਹ ਸਭ ਤੋਂ ਹੀ ਮਿੱਠਾ ਹੈ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਪੰਧ। ਸੋ ਮਹਾਰਾਜ ਕਹਿੰਦੇ ਹਰੀ ਦੇ ਭਜਨ ਤੋਂ ਬਿਨਾਂ 3 ਵਸਤੂਆਂ ਜਿਹੜੀ ਅਵਸਥਾਵਾਂ ਨੇ ਉਹ ਵਿਅਰਥ ਨੇ। ਕਰਨੋ ਹੁਤੋ ਸੋ ਨਾ ਕੀਓ, ਜੋ ਕਰਨੇ ਵਾਲਾ ਕੰਮ ਸੀ, ਭਗਤੀ ਕਰਨੀ ਸੀ, ਉਹ ਤਾਂ ਕੀਤੀ ਨਹੀਂ। ਪਰਿਓ ਲੋਭ ਕੈ ਪੰਧ, ਤੇ ਲੋਭ ਦੀ ਫੰਦ ਦੇ ਅੰਦਰ ਫਸ ਗਿਆ। ਨਾਨਕ ਸਮਿਓ ਰਮ ਗਇਓ, ਅਬਦਿਓ ਰੋਵਤ ਅੰਧ। ਮਹਾਰਾਜ ਕਹਿੰਦੇ ਹੁਣ ਸਮਾਂ ਬਤੀਤ ਹੋ ਗਿਆ, ਹੁਣ ਰੋਣ ਦਾ ਕੀ ਫਾਇਦਾ? ਜਦੋਂ ਚਿੜੀਆ ਖੇਤ ਹੀ ਚੁਗ ਗਈ, ਹੁਣ ਕੀ ਫਾਇਦਾ? ਜੇ ਹੁਣ ਤੂੰ ਕਰਨਾ ਚਾਹੁੰਦਾ ਭਜਨ ਨੂੰ, ਨਾਮ ਨੂੰ ਜਪਣਾ ਚਾਹੁੰਦਾ, ਮਹਾਰਾਜ ਕਹਿੰਦੇ ਉਹ ਤਦ ਹੁਣ ਬਿਲਕੁਲ ਸਹੀ ਵੇਲਾ, ਹੁਣੇ ਹੀ ਜਪ ਲੈ, ਹੁਣੇ ਹੀ ਮੁੱਖੋਂ ਇਹ ਵੀ ਨਾ ਇੰਤਜ਼ਾਰ ਕਰ ਵੀ ਸੰਗਤ ਦੇ ਅੰਦਰੋਂ ਘਰ ਪਹੁੰਚ ਕੇ ਗੁਟਕਾ ਚੱਕ ਕੇ ਪਾਠ ਕਰਾਂਗਾ। ਇੱਥੇ ਬੈਠਾ ਬੈਠਾ ਹੀ ਮੁੱਖੋਂ ਉਚਾਰ ਦੇ ਸਤਨਾਮ। ਮੁੱਖੋਂ ਇੰਨੀ ਵੀ ਦੇਰੀ ਨਹੀਂ ਕਰਨੀ ਚਾਹੀਦੀ ਨਾਮ ਜਪਦੇ। ਜਦੋਂ ਨਾਮ ਘਰ 'ਚ ਚੇਤੇ ਆ ਜਾਵੇ, ਕਿਰਤ ਤੇ ਚੇਤੇ ਆ ਜਾਵੇ, ਪ੍ਰਸ਼ਾਦਾ ਖਾਂਦੇ ਬਣਾਉਂਦੇ ਜਦੋਂ ਚੇਤੇ ਆ ਜਾਵੇ, ਮੁੱਖੋਂ ਵਾਹਿਗੁਰੂ ਕਹਿ ਦੇਣਾ ਚਾਹੀਦਾ। ਕਰਨੋ ਹੁਤੋ ਸੋ ਨਾ ਕੀਓ, ਜੋ ਕਰਨ ਵਾਲਾ ਕੰਮ ਸੀ, ਨਾਮ ਜਪਣਾ ਸੀ, ਉਹ ਨਹੀਂ ਜਪਿਆ। ਲੋਭ ਦੇ ਫੰਦ ਦੇ ਅੰਦਰ ਫਸ ਕੇ ਰਹਿ ਗਿਆ, ਸਮਾਂ ਬਤੀਤ ਹੋ ਗਿਆ ਏਦਾਂ ਹੀ, ਹੁਣ ਕੀ ਰੋਣਾ ਹੈ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਨ ਮੀਤ। ਗੁਰਦੇਵ ਮਹਾਰਾਜ ਕਹਿੰਦੇ ਜੋ ਮਨ ਹੈ ਉਹ ਮਾਇਆ ਦੇ ਅੰਦਰ ਰਮਿਆ ਪਿਆ, ਡੁੱਲਿਆ ਪਿਆ ਹੈ। ਮਾਇਆ ਦੇ ਨਸ਼ੇ ਦੇ ਅੰਦਰ, ਧਨ ਪ੍ਰਾਪਤੀ ਦੇ ਅੰਦਰ, ਪਰਾਏ ਰੂਪ ਦੇ ਅੰਦਰ, ਵਿਸ਼ੇ ਵਿਕਾਰਾਂ ਦੇ ਅੰਦਰ ਮਨ ਦੀ ਬਿਰਤੀ ਰਮਣ ਕਰਦੀ ਹੈ। ਨਾਨਕ ਮੂਰਤ ਚਿਤ੍ਰ ਜਿਉ, ਨਿਕਸਤ ਨਾਹਿਨ ਮੀਤ। ਉਹ ਜਿਹੜੀ ਬਿਰਤੀ ਹੈ ਨਾ ਮਨ ਦੀ, ਉਹ ਨਿਕਲਦੀ ਨਹੀਂ ਵਿਸ਼ੇ ਵਿਕਾਰਾਂ 'ਚੋਂ। ਵਿਸ਼ੇ ਵਿਕਾਰਾਂ 'ਚੋਂ ਬਿਰਤੀ ਨਾ ਨਿਕਲਣ ਕਰਕੇ ਨਾਨਕ ਮੂਰਤ ਚਿਤ੍ਰ ਜਿਉ, ਛਾੜਤ ਨਾਹਨ ਪੀਤ। ਗੁਰਦੇਵ ਮਹਾਰਾਜ ਕਿੰਨਾ ਸੋਹਣਾ ਉਦਾਹਰਣ ਦੇ ਕੇ ਸਮਝਾ ਰਹੇ ਨੇ। ਕਹਿੰਦੇ ਨਾਨਕ ਮੂਰਤ ਚਿੱਤਰ ਜਿਉ। ਹੁਣ ਜਿਸ ਤਰ੍ਹਾਂ ਤੁਹਾਡੇ ਘਰ ਦੇ ਅੰਦਰ ਸਫੇਦੀ ਹੋਈ ਹੋਵੇ, ਕੋਈ ਚਿੱਤਰ ਬਣ ਜਾਵੇ ਉਹਦੇ ਉੱਤੇ, ਚਾਹੇ ਉਹ ਸ਼ੋਹਰੇ ਪੈਣ ਦੇ ਨਾਲ ਬਣ ਜਾਵੇ ਜਾਂ ਅਸੀਂ ਕੋਈ ਚਿੱਤਰ ਬਣਾ ਲਈਏ, ਉਹ ਚਿੱਤਰ ਹੁਣ ਉਸ ਦੀਵਾਰ ਤੋਂ ਉਤਾਰਨਾ ਬਹੁਤ ਔਖਾ ਹੈ ਜਿਹੜਾ ਵਾਹਿਆ ਗਿਆ।
ਜੋ ਦੀਵਾਰ ਦੇ ਉੱਤੇ ਚਿੱਤਰ ਵਾਹਿਆ ਗਿਆ ਉਤਾਰਨਾ ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਉਹ ਜਿਹੜਾ ਚਿੱਤਰ ਦੀਵਾਰ ਦੇ ਉੱਤੇ ਖੁੱਭਿਆ ਗਿਆ ਹੈ, ਉਹ ਚਿੱਤਰ ਹੁਣ ਉਸ ਨੂੰ ਛੱਡ ਨਹੀਂ ਰਿਹਾ ਦੀਵਾਰ ਨੂੰ, ਉਸੀ ਪ੍ਰਕਾਰ ਉਹ ਜਿਹੜਾ ਮਨ ਹੈ ਉਹ ਦੀਵਾਰ ਦੇ ਨਿਆਈ ਹੈ। ਉਹ ਜਿਹੜੀ ਚਿੱਤਰ ਹੈ ਉਹ ਮਾਇਆ ਦੇ ਨਿਆਈ ਹੈ। ਮਾਇਆ ਦੇ ਉੱਤੇ ਮਾਇਆ ਦਾ ਪ੍ਰਭਾਵ ਇੰਨਾ ਹੈ ਕਿ ਉਹ ਚਿੱਤਰ ਬਣ ਕੇ ਮਨ ਦੇ ਉੱਤੇ ਪਕੜ ਬਣਾ ਕੇ ਬਹਿ ਗਈ ਹੈ। ਉਹ ਪਕੜ ਹੁਣ ਖੁੱਲ ਨਹੀਂ ਰਹੀ। ਖੁੱਲਣਾ ਚਾਹੁੰਦਾ ਹੈ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਉਹ ਚਾਹੁੰਦਾ ਹੈ ਵੀ ਚਿੱਤਰ ਛੁੱਟ ਜੇ, ਮਾਇਆ ਰੂਪੀ ਜੋ ਚਿੱਤਰ ਹੈ ਮਨ ਤੇ ਬਣ ਗਿਆ ਉਹ ਛੁੱਟ ਜਾਵੇ, ਪਰ ਛੁੱਟਦਾ ਨਹੀਂ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਨਰ ਜਿਹੜਾ ਹੈ ਵਿਅਕਤੀ ਚਾਹੁੰਦਾ ਹੈ ਵੀ ਮੈਂ ਆਹ ਕੰਮ ਕਰ ਲਾਂ, ਉਹ ਕੰਮ ਕਰ ਲਾਂ, ਪਰ ਔਰੈ ਕੀ ਔਰੈ ਭਈ, ਸੋਚਦਾ ਕੁਛ ਹੈ ਹੋ ਕੁਝ ਜਾਂਦਾ ਹੈ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਦੇਖ ਤੁਮਾਰੇ, ਤੁਹਾਡੇ ਅਚਰਜ ਦੀ ਖੇਡ ਨੇ। ਖਿਨ ਦੇ ਅੰਦਰ ਵਾਹਿਗੁਰੂ ਤੁਸੀਂ ਕੁਝ ਕਰ ਦਿੰਦੇ ਹੋ, ਖਿਨ ਦੇ ਅੰਦਰ ਹੀ ਕੁਝ ਕਰ ਦਿੰਦੇ ਹੋ। ਮਹਾਰਾਜ ਕਹਿੰਦੇ ਨਰ ਕੁਝ ਚਾਹੁੰਦਾ ਹੈ, ਚਾਹੁੰਦਾ ਭਗਤੀ ਕਰਨਾ ਹੈ, ਪਰ ਹੋ ਜਾਂਦਾ ਵਿਸ਼ੇ ਵਿਕਾਰ ਦੇ ਅੰਦਰ ਗਲਤਾਨ। ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗਾਰ, ਨਾਨਕ ਫਾਸੀ ਗਲ ਪਰੀ। ਗੁਰਦੇਵ ਮਹਾਰਾਜ ਕਹਿੰਦੇ ਨੇ ਨਾਨਕ ਫਾਸੀ ਗੱਲ ਫਰੀ। ਜਿਹੜੀ ਬਾਹਰ ਮਾਰ-ਬਾਰ ਮਾਇਆ ਨੂੰ ਚਿਤਵਦਾ ਰਹਿਣਾ ਹੈ ਨਾ, ਉਸ ਕਰਕੇ ਅਖੀਰਲੇ ਵੇਲੇ ਫੇਰ ਤੇਰੇ ਗਲ ਦੇ ਅੰਦਰ ਫਾਈ ਪਵੇਗੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕਿਉ ਨ ਕੋਏ। ਬਹੁਤ ਯਤਨ ਕੀਤੇ ਸੀਗੇ ਵੀ ਸੁਖ ਪ੍ਰਾਪਤ ਹੋ ਜਾਵੇ, ਬਾਰ-ਬਾਰ ਸੁਖ ਦੇ ਯਤਨ ਕਰਦਾ ਸੀ, ਪਰ ਸੁਖ ਪ੍ਰਾਪਤ ਨਾ ਹੋਇਆ, ਦੁੱਖ ਅੱਗੇ ਆ ਕੇ ਖੜ ਗਿਆ। ਕਹੋ ਨਾਨਕ ਸੁਨ ਰੇ ਮਨਾ, ਹਰ ਪਾਵੈ ਸੋ ਹੋਏ। ਗੁਰਦੇਵ ਮਹਾਰਾਜ ਕਹਿੰਦੇ ਜੋ ਉਸ ਪਰਮੇਸ਼ਵਰ ਨੂੰ ਭਾਣਾ ਹੈ ਉਹੀ ਹੋਣਾ ਹੈ। ਮੇਰਾ ਕੀਆ ਕਿਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਰਾਮ ਚਾਹੁੰਦਾ ਹੈ ਉਹ ਹੋਏਗਾ, ਮੇਰੇ ਕੀਤਿਆਂ ਕੁਝ ਨਹੀਂ ਹੋਣਾ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਗੁਰਦੇਵ ਮਹਾਰਾਜ ਕਹਿੰਦੇ ਸਾਰੀ ਧਰਤੀ ਤੇ ਜਿੰਨੇ ਮਨੁੱਖ ਨੇ ਨਾ, ਉਹ ਸਾਰੇ ਹੀ ਭਿਖਾਰੀ ਨੇ। ਸਾਰਾ ਜਗਤ ਭਿਖਾਰੀ ਹੈ, ਦੇਣ ਵਾਲਾ ਕੌਣ ਹੈ? ਉਹ ਵਾਹਿਗੁਰੂ ਦਾ ਨਾਮ ਹੈ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੇ ਕਾਮ। ਗੁਰਦੇਵ ਮਹਾਰਾਜ ਕਹਿੰਦੇ ਮਨ ਦੇ ਦੁਆਰਾ ਉਸ ਵਾਹਿਗੁਰੂ ਦਾ ਸਿਮਰਨ ਕਰ, ਤੇਰੇ ਸਾਰੇ ਕੰਮ ਪੂਰੇ ਹੋਣਗੇ। ਜਗਤ ਭਿਖਾਰੀ ਫਿਰਤ ਹੈ, ਜਗਤ ਭਿਖਾਰੀ ਫਿਰਤ ਹੈ। ਜਗਤ ਭਿਖਾਰੀ ਫਿਰਤ ਹੈ, ਜਗਤ ਭਿਖਾਰੀ ਫਿਰਤ ਹੈ। ਸਭ ਕੋ ਦਾਤਾ ਰਾਮ, ਸਭ ਕੋ ਦਾਤਾ ਰਾਮ। ਸਭ ਕੋ ਦਾਤਾ ਰਾਮ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤੇ, ਕਹੋ ਨਾਨਕ ਮਨ ਸਿਮਰਤੇ। ਕਹੋ ਨਾਨਕ ਮਨ ਸਿਮਰਤੇ, ਕਹੋ ਨਾਨਕ ਮਨ ਸਿਮਰਤੇ। ਪੂਰਨ ਹੋਵਹਿ ਕਾਮ, ਪੂਰਨ ਹੋਵਹਿ ਕਾਮ। ਪੂਰਨ ਹੋਵੇ ਕਾਮ, ਪੂਰਨ ਹੋਵੇ ਕਾਮ। ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। 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 ਗੁਰਦੇਵ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦਾ ਸਿਮਰਨ ਕਰ, ਤੇਰੇ ਸਾਰੇ ਹੀ ਕਾਜ ਪੂਰੇ ਹੋ ਜਾਣਗੇ। ਜਿਹੜੇ ਕਿਤੇ ਤੂੰ ਸ਼ੁਰੂ ਨਹੀਂ ਕੀਤੇ ਉਹ ਗੁਰਦੇਵ ਸ਼ੁਰੂ ਕਰਾ ਦੇਣਗੇ। ਜਿਹੜੇ ਮੱਧ 'ਚ ਪਏ ਨੇ ਉਹ ਪੂਰੇ ਹੋ ਜਾਣਗੇ। ਜਿਹੜੇ ਪੂਰੇ ਹੋਏ ਨੇ ਉਹਨਾਂ 'ਚ ਹੋਰ ਬਰਕਤਾਂ ਪੈਣਗੀਆਂ। ਤੂੰ ਹਰੀ ਦਾ ਸਿਮਰਨ ਸ਼ੁਰੂ ਤਾਂ ਕਰ। ਝੂਠੇ ਮਾਨ ਕਹਾ ਕਰੈ, ਜਗ ਸੁਪਨੇ ਜੋ ਜਾਨ। ਗੁਰਦੇਵ ਮਹਾਰਾਜ ਕਹਿੰਦੇ ਕੀ ਝੂਠੇ ਮਾਨ ਕਰਦਾ ਹੈ ਤੂੰ? ਘਰ ਦੇ, ਧਨ ਦੇ, ਉਹ ਤੇਰਾ ਹੈ ਹੀ ਨਹੀਂ ਹੈ। ਝੂਠੇ ਮਾਨ ਨਾ ਕਰ। ਜਿਹੜਾ ਜਗਤ ਹੈ ਉਹ ਸੁਪਨੇ ਦੀ ਨਿਆਈ ਹੈ। ਇਨ ਮੈਂ ਕੱਚ ਤੇ ਰੋ ਨਹੀਂ, ਨਾਨਕ ਕਹਿਓ ਬਖਾਨ।
ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਇਹ ਜਗਤ ਦੇ ਅੰਦਰ ਕੁਝ ਵੀ ਤੇਰਾ ਨਹੀਂ। ਇਹ ਗੱਲ ਨੂੰ ਅਸੀਂ ਤੈਨੂੰ ਸੱਚੀ ਕਰਕੇ, ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸਮਝਾਈ ਹੈ, ਅਸੀਂ ਸਿੱਖੋ ਤੁਹਾਨੂੰ ਸਮਝਾ ਰਹੇ ਹਾਂ। ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੀਤ। ਗੁਰਦੇਵ ਮਹਾਰਾਜ ਕਹਿੰਦੇ ਤੂੰ ਗਰਭ ਕਰਦਾ ਹੈ ਆਪਣੀ ਦੇਹ ਦਾ, ਇਹ ਛਿਨ ਦੇ ਅੰਦਰ, ਛਿਨ ਭੰਗਰ ਦੇ ਅੰਦਰ ਹੀ ਖਤਮ ਹੋ ਜਾਵੇਗੀ। ਜੇ ਕੋਈ ਬਿਮਾਰੀ ਪੈ ਜਾਵੇ ਨਾ, ਡਾਕਟਰ ਕਈ ਵਾਰੀ ਕਹਿੰਦੇ ਨੇ ਜੀ ਸਾਰੀ ਦਵਾਈਆਂ ਲਾ ਕੇ ਦੇਖ ਲਈਆਂ ਪਰ ਠੀਕ ਨਹੀਂ ਹੁੰਦੇ, ਪੂਰਾ ਜ਼ੋਰ ਲਾ ਕੇ ਦੇਖ ਲਿਆ ਨਹੀਂ ਠੀਕ ਹੋ ਰਹੇ। ਮਹਾਰਾਜ ਕਹਿੰਦੇ ਕਿਉਂ ਦੇਹੀ ਦਾ ਗਰਭ ਕਰਦਾ ਹੈ, ਐਨ ਤੇ ਇੱਕ ਠਿਣਕਾ ਲੱਗਿਆ ਤੇ ਇਹਨੇ ਖਤਮ ਹੋ ਜਾਣਾ। ਇਹਨੂੰ ਤੇ ਗੁਰਦੇਵ ਬਾਣੀ ਦੇ ਅੰਦਰ ਘੱਟ ਦੇ ਨਿਆਈ ਕਹਿੰਦੇ ਨੇ, ਕੱਚੇ ਘੜੇ ਦੇ ਨਿਆਈ। ਘੱਟ ਫੂਟਾ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਮਹਾਰਾਜ ਨੂੰ ਬੁਲਬੁਲੇ ਦੀ ਨਿਆਈ ਕਹਿੰਦੇ ਨੇ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ। ਇਹ ਜਗਤ ਦੀ ਜੋ ਰਚਨਾ ਹੈ, ਜਿਹੜੀ ਦੇਹੀ ਹੈ, ਬੁਲਬੁਲੇ ਦੀ ਨਿਆਈ ਹੈ। ਤੇ ਮਹਾਰਾਜ ਕਹਿੰਦੇ ਤੂੰ ਇਹਦਾ ਗੁਮਾਨ ਕਰਦਾ ਹੈ, ਮੈਂ ਸੋਹਣਾ। ਮਹਾਰਾਜ ਕਹਿੰਦੇ ਤੇਰੇ ਤੋਂ ਕਰੋੜਾਂ ਗੁਣਾ ਸੋਹਣੇ ਹੋ ਕੇ ਧਰਤੀ ਤੋਂ ਚਲੇ ਗਏ, ਮਿੱਟੀ ਦੇ ਅੰਦਰ ਮਿਲ ਗਏ, ਉਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਤੂੰ ਕਿਸ ਗੱਲ ਦਾ ਗੁਮਾਨ ਕਰਦਾ ਹੈ? ਆਪਣੇ ਆਪ ਨੂੰ ਜਵਾਨ ਕਹਿੰਦਾ, ਜੋ ਜਾਣਾ ਮੈਂ ਜੋਵਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਗੰਦਗੀ ਦਾ ਕੀੜਾ ਬਣਦਾ ਜੋ ਕਹਿੰਦਾ ਮੈਂ ਜੋਵਨਵੰਤ ਹਾਂ। ਆਪਸ ਕੋ ਜੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਜੋਨੀਆਂ ਦੇ ਅੰਦਰ ਭਰਮਦਾ ਜਿਹੜਾ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਕੰਮ ਕਰ ਲੈਣਾ, ਘਰ ਦੇ ਅੰਦਰ ਮੇਰੇ ਇਲਾਵਾ ਤਾਂ ਕੰਮ ਹੀ ਨਾ ਹੋਵੇ। ਜੇ ਮੈਂ ਨਾ ਹੋਵਾਂ ਤੇ ਘਰ ਦੇ ਅੰਦਰ ਕੰਮ ਹੀ ਨਹੀਂ ਹੋ ਸਕਦਾ। ਗੁਰਦੇਵ ਮਹਾਰਾਜ ਕਹਿੰਦੇ ਕਿਉਂ ਗੁਮਾਨ ਕਰਦਾ ਹੈ? ਕਿਸ ਗੱਲ ਦਾ ਗੁਮਾਨ ਕਰਦਾ ਹੈ? ਛੱਡ ਦੇ ਹੰਕਾਰ ਨੂੰ, ਗਰਭ ਨੂੰ ਛੱਡ ਦੇ। ਜੈ ਪ੍ਰਾਪਤੀ ਹਰਿ ਜਸ ਕਰਿਓ, ਨਾਨਕ ਤੈ ਜਗ ਜੀਤ। ਗੁਰਦੇਵ ਮਹਾਰਾਜ ਕਹਿੰਦੇ ਜਿਹੜੇ ਹਰੀ ਦਾ ਜਸ ਗਾਉਂਦੇ ਨੇ ਉਹ ਪ੍ਰਾਣੀਆਂ ਦਾ ਉਧਾਰ ਹੁੰਦਾ ਹੈ, ਉਹ ਜਗਤ ਦੇ ਅੰਦਰ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਜੈ ਕਰ ਸਿਮਰਨ ਨਾਮ ਕੋ ਸੋ ਨਰ ਮੁਕਤਾ ਜਾਨ। ਗੁਰਦੇਵ ਇੱਥੇ ਘੱਟ ਨੂੰ ਪੋਲਾ ਕਰਕੇ ਬੋਲਣਾ, ਘੱਟ ਨਹੀਂ ਬੋਲਣਾ, ਘੱਟ ਨੂੰ ਪੋਲਾ ਬੋਲਣਾ। ਘੱਟ ਦਾ ਅਰਥ ਇੱਥੇ ਟੈਂਕੇ ਨੂੰ ਸਿਹਾਰੀ ਲੱਗੀ ਹੈ, ਉਹਦਾ ਅਰਥ ਹਿਰਦਾ। ਇੱਥੇ ਘੱਟ ਜਿਹੇ ਘੱਟ ਸਿਮਰਨ ਰਾਮ ਕੋ, ਜਿਹਦੇ ਹਿਰਦੇ ਦੇ ਅੰਦਰ ਰਾਮ ਦਾ ਸਿਮਰਨ ਵਸਿਆ ਹੋਇਆ ਹੈ, ਸੋ ਨਰ ਮੁਕਤਾ ਜਾਨ, ਉਹ ਮੁਕਤ ਹੋ ਜਾਵੇਗਾ। ਦੇਖੋ ਖਾਲਸਾ ਜੀ ਕਿੰਨੀ ਗੁਰਬਾਣੀ ਅੰਮ੍ਰਿਤਮਈ ਸ੍ਰੇਸ਼ਟ ਹੈ। ਲੋਕੀ ਜੰਗਲਾਂ ਦੇ ਅੰਦਰ ਤਪ ਕਰਨ ਜਾਂਦੇ ਨੇ, ਮੁਕਤੀ ਦਾ ਮਾਰਗ ਨਹੀਂ ਪਤਾ ਲੱਗਦਾ। 30-30 ਸਾਲ ਬਨਾਰਸ ਪੜ੍ਹਦੇ ਨੇ, ਕਾਂਸ਼ੀ ਪੜ੍ਹਦੇ ਨੇ, ਦੇਹਧਾਰੀ ਗੁਰੂ ਭਰਮਾ ਲੈਂਦੇ ਨੇ, ਕੋਈ ਆਪਣੇ ਨਾਲ ਜੋੜ ਲੈਂਦੇ ਨੇ, ਕੋਈ ਕਿਤੇ ਜੋੜ ਲੈਂਦੇ ਨੇ। ਗੁਰਦੇਵ ਮਹਾਰਾਜ ਨੇ ਤੈਨੂੰ ਇੱਕੋ ਪੰਕਤੀ ਕਹੀ ਆ, ਮੁਕਤ ਹੋ ਜਾਵੇਗਾ। ਉਹ ਕੰਡੀਸ਼ਨ ਕਿਹੜੀ ਆ? ਮਹਾਰਾਜ ਕਹਿੰਦੇ ਜਿਹੇ ਘੱਟ ਸਿਮਰਨ ਰਾਮ ਕੋ, ਜਿਹਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਚੱਲਦਾ ਰਹਿੰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੋ ਨਰ ਮੁਕਤਾ ਜਾਨ, ਉਹ ਮੁਕਤ ਹੋ ਜਾਵੇਗਾ, ਉਹ ਮੁਕਤ ਹੋ ਜਾਵੇਗਾ, ਉਹਨੂੰ ਹਰ ਚੀਜ਼ ਦੀ ਪ੍ਰਾਪਤੀ ਹੋ ਜਾਵੇਗੀ। ਜਿਹੇ ਘਟ ਸਿਮਰਨ ਰਾਮ ਕੋ, 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 ਸੋ ਨਰ ਮੁਕਤਾ ਜਾਨ, ਸੋ ਨਰ ਮੁਕਤਾ ਜਾਨ। ਸੋ ਨਰ ਮੁਕਤਾ ਜਾਨ, ਸੋ ਨਰ ਮੁਕਤਾ ਜਾਨ। ਤੇਹ ਨਰ ਹਰ ਅੰਤਰ ਨਹੀਂ, ਤੇਹ ਨਰ ਹਰ ਅੰਤਰ ਨਹੀਂ, ਨਰ ਹਰਿ ਅੰਤਰ ਨਹੀਂ, ਤੇਹ ਨਰ ਹਰਿ ਅੰਤਰ ਨਹੀਂ। ਨਾਨਕ ਸਾਚੀ ਮਾਨ, ਨਾਨਕ ਸਾਚੀ ਮਾਨ, ਨਾਨਕ ਸਾਚੀ ਮਾਨ, ਨਾਨਕ ਸਾਚੀ ਮਾਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ ਨਾ, ਉਹ ਨਰ ਤੇ ਮੁਕਤੇ ਨੇ। ਉਹਨਾਂ ਦੇ ਅੰਦਰ ਔਰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਕੋਈ ਭੇਦ ਨਹੀਂ ਹੈ। ਭੇਦ ਨਾ ਜਾਣੋ ਮਾਨਸ ਦੇਹਾ, ਜਿਹੜੇ ਰਾਮ ਜੀ ਨੇ ਔਰ ਰਾਮ ਦੇ ਸੰਤ ਨੇ ਉਹ ਇੱਕੋ ਰੂਪ ਨੇ, ਉਹਨਾਂ ਦੇ ਅੰਦਰ ਫਰਕ ਨਹੀਂ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਮਾਨਸ ਦੇਹੀ ਦਾ ਭੇਦ ਨਾ ਜਾਣੋ, ਉਸ ਗੱਲ ਦਾ ਫਰਕ ਨਾ ਸਮਝੋ ਬਈ ਭਗਵਾਨ ਰਾਮ ਜਿਹੜੇ ਸੀਗੇ ਉਹ ਤੇ ਅਵਤਾਰ ਹੋਏ ਸੀ, ਇਹ ਤੇ ਬੰਦਾ ਹੀ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਭੇਦ ਨਾ ਜਾਣੋ।
ਗੁਰਦੇਵ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਵਿੱਚ, ਉਹਦੇ ਭਗਤਾਂ ਵਿੱਚ ਕੋਈ ਭੇਦ ਨਹੀਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੈ। ਤਹਿ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇਸ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੱਚੀ ਕਰਕੇ ਜਾਣ ਲਵੋ। ਏਕ ਭਗਤ ਭਗਵਾਨ ਜੇ, ਪ੍ਰਾਣੀ ਕੈ ਨਾਹਿ ਮਨ। ਗੁਰਦੇਵ ਮਹਾਰਾਜ ਕਹਿੰਦੇ ਇੱਕ ਪ੍ਰਭੂ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਗਤੀ ਜਿਸ ਪ੍ਰਾਣੀ ਦੇ ਹਿਰਦੇ ਦੇ ਅੰਦਰ ਵਸ ਜਾਂਦੀ ਹੈ, ਇੱਕ ਦਾ ਵਾਸਾ ਹੋ ਜਾਂਦਾ ਹੈ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਕੰਨ। ਗੁਰਦੇਵ ਮਹਾਰਾਜ ਕਹਿੰਦੇ ਜੇ ਇੱਕ ਦੀ ਭਗਤੀ ਨਹੀਂ ਵਸੀ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਜੇ ਇੱਕ ਦੀ ਭਗਤੀ ਵਸ ਗਈ ਉਹ ਪਰਮੇਸ਼ਵਰ ਰੂਪ ਹੈ, ਜੇ ਇੱਕ ਦੀ ਭਗਤੀ ਨਹੀਂ ਵਸੀ ਕਦੇ ਕਿਸੇ ਤੇ ਆਸਰਾ, ਤੇ ਉਹ ਸੂਕਰ ਕੂਕਰਾਂ ਦੀ ਜੂਨੀਆਂ ਦੇ ਅੰਦਰ ਭਰਮਣ ਕਰਦਾ ਰਹਿੰਦਾ ਹੈ। ਸੁਆਮੀ ਕੋ ਗ੍ਰਹਿ ਜੋ ਸਦਾ, ਸਵਾਰ ਭਜਤ ਨਹੀਂ ਨਿਤ। ਗੁਰਦੇਵ ਮਹਾਰਾਜ ਇਸ ਜੀਵ ਨੂੰ ਦੱਸਦੇ ਨੇ ਬਈ ਤੂੰ ਕਿਸ ਤਰ੍ਹਾਂ ਦਾ ਬਣਨਾ ਹੈ, ਤੂੰ ਆਪਣਾ ਜੀਵਨ ਕਿਸ ਤਰ੍ਹਾਂ ਦਾ ਬਣਾਉਣਾ ਹੈ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇੱਕ ਕੁੱਤਾ ਹੁੰਦਾ ਹੈ ਨਾ, ਉਹ ਕੁੱਤਾ ਆਪਣੇ ਸਵਾਮੀ ਦਾ ਘਰ ਛੱਡ ਕੇ ਨਹੀਂ ਜਾਂਦਾ, ਉਹ ਆਪਣੇ ਸਵਾਮੀ ਦੇ ਘਰ ਦੇ ਬਾਹਰ ਬੈਠਾ ਰਹਿੰਦਾ। ਉਹਨੂੰ ਪ੍ਰਸ਼ਾਦਾ ਮਿਲੇ ਨਾ ਮਿਲੇ, ਠੰਡ ਹੋਵੇ ਗਰਮੀ ਹੋਵੇ, ਉਹ ਆਪਣੇ ਮਾਲਕ ਦਾ ਘਰ ਨਹੀਂ ਛੱਡ ਕੇ ਜਾਂਦਾ। ਸਵਾਮੀ ਕੋ ਗ੍ਰਹਿ ਜੋ, ਸਵਾਮੀ ਦਾ ਘਰ ਜਿਵੇਂ ਸਵਾਨ ਤਜਤ ਨਹੀਂ ਨੀਤ, ਸਵਾਨ ਕਹਿੰਦੇ ਨੇ ਕੁੱਤੇ ਨੂੰ, ਕੂਕਰ ਨੂੰ, ਉਹ ਛੱਡ ਕੇ ਨਹੀਂ ਜਾਂਦਾ। ਨਾਨਕ ਇਹ ਵਿਦ ਹਰ ਭਜੋ, ਇਕ ਮਨ ਹੋਏ ਇਕ ਚਿੱਤ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਤੂੰ ਵੀ ਗੁਰੂ ਨਾਨਕ ਦੇ ਦਰ ਤੇ ਕੁੱਤਾ ਬਣ ਕੇ ਬੈਠਿਆ ਰਹਿ। ਤੇਰੀ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਕਿ ਨਹੀਂ ਹੁੰਦੀ, ਤੈਨੂੰ ਅਧਿਆਤਮਕ ਰਸ ਆਉਂਦਾ ਹੈ ਕਿ ਨਹੀਂ ਆਉਂਦਾ, ਉਹ ਗੱਲ ਵੱਖਰੀ ਹੈ। ਜਦੋਂ ਅਸੀਂ ਆਪਣੇ ਗੁਰਦੇਵ ਤੋਂ ਗ੍ਰੰਥ ਪੜ੍ਹਦੇ ਸੀ ਨਾ, ਤੇ ਅਸੀਂ ਕਈ ਵਾਰੀ ਕਹਿਣਾ ਬਾਬਾ ਜੀ ਰਸ ਤੇ ਆ ਨਹੀਂ ਰਿਹਾ, ਉਹ ਸਾਨੂੰ ਕਹਿੰਦੇ ਸੀ ਤੁਹਾਡੀ ਭਗਤੀ ਅਜੇ ਬੜੀ ਨੀਚ ਹੈ। ਕਿਉਂਕਿ ਭਗਤੀ ਦੇ ਅੰਦਰ ਵੀ ਮੈਂ ਕਿਹਾ ਸ਼੍ਰੇਣੀਆਂ ਹੁੰਦੀਆਂ ਨੇ ਭਗਤਾਂ ਦੀਆਂ, ਉਹ ਕਹਿੰਦੇ ਹੁੰਦੀਆਂ ਨੇ। ਕਹਿੰਦੇ ਇੱਕ ਨੀਚ ਭਗਤੀ ਹੁੰਦੀ ਆ ਵੀ ਭਗਤੀ ਦੇ ਅੰਦਰ ਪਰਮੇਸ਼ਵਰ ਤੋਂ ਰਸ ਮੰਗ ਲਿਆ, ਉਹ ਕਾਹਦਾ ਭਗਤੀ ਹੋਈ। ਜਿਹਦੇ ਅੰਦਰ ਇੱਛਾ ਮੰਗ ਲਈ ਉਹ ਕਾਹਦਾ ਪ੍ਰੇਮ ਹੋਇਆ। ਕਹਿੰਦੇ ਇੱਕ ਮੱਧਮ ਭਗਤੀ ਵੀ ਹੁੰਦੀ ਹੈ ਵੀ ਕਾਮਨਾਵਾਂ ਦੀ ਪੂਰਤੀ ਕਰਦਾ ਰਹਿ, ਅਸੀਂ ਤੈਨੂੰ ਧਿਆਉਂਦੇ ਰਵਾਂਗੇ, ਹੋਰ ਧਿਆਉਂਦੇ ਰਵਾਂਗੇ, ਵੱਧ 10 ਗੁਣਾ ਧਿਆ ਲਾਂਗੇ, ਤੂੰ ਇੱਕ ਕਾਮਨਾ ਪੂਰੀ ਕਰ ਦੇ। ਇੱਕ ਉੱਤਮ ਭਗਤੀ ਹੁੰਦੀ ਹੈ ਰਸ ਦੇ ਨਾ ਦੇ, ਆਨੰਦ ਦੇ ਨਾ ਦੇ, ਜੋ ਮਰਜ਼ੀ ਸਰੀਰ ਤੇ ਹੰਢਾ ਲੈ ਪਰ ਤੈਨੂੰ ਨਹੀਂ ਛੋੜਾਂਗੇ। ਕਬੀਰ ਕੇਸੋ ਕੇਸੋ ਕੂਕੀਐ, ਬਾਰ ਬਾਰ ਕੇਸ਼ਵ ਕੇਸ਼ਵ ਕੇਸ਼ਵ। ਕਬੀਰ ਸਾਹਿਬ ਕਹਿੰਦੇ ਕੂਕਦੇ ਰਵਾਂਗੇ, ਨਾ ਸੋਈਏ ਆਸਾਰ, ਦਿਨ ਰਾਤ ਕੂਕਦੇ ਰਵਾਂਗੇ। ਰਾਤ ਦਿਵਸ ਕੇ ਕੂਕਨੇ, ਕਭੂ ਕੈ ਸੁਨੇ ਪੁਕਾਰ, ਰਾਤੀ ਦਿਨੇ ਭੌਂਕਦੇ ਰਹਾਂਗੇ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਕਹਿੰਦੇ ਮੇਰਾ ਤੇ ਭਗਵਾਨ ਮੋਤੀ ਨਾਮ ਹੈ, ਮੈਂ ਤੇਰੇ ਦਰ ਦਾ ਕੁੱਤਾ। ਗਲੇ ਹਮਾਰੇ ਜੇਵਰੀ, ਤੁਹਾਡੀ ਭਗਤੀ ਰੂਪੀ ਜੇਵਰੀ ਮੇਰੇ ਗਲ 'ਚ ਪਈ ਹੋਈ ਹੈ। ਗਲੇ ਹਮਾਰੇ ਜੇਵਰੀ ਜਹ ਖਿੰਚਿਆ ਤਹ ਜਾਓ, ਮਾੜੇ ਪਾਸੇ ਲੈ ਜਾਏਗਾ ਤਾਂ ਵੀ ਤੇਰੇ ਹੀ ਰਹਿਣਾ ਹੈ, ਚੰਗੇ ਪਾਸੇ ਲੈ ਜਾਏਗਾ ਤਾਂ ਵੀ ਤੇਰੇ ਹੀ ਰਹਿਣਾ, ਤੇਰੀ ਭਗਤੀ ਨਹੀਂ ਛੋੜਾਂਗੇ। ਐਸਾ ਸੁਭਾਅ ਭਗਤ ਦਾ ਚਾਹੀਦਾ, ਐਸਾ ਸੁਭਾਅ ਭਗਤ ਦਾ ਚਾਹੀਦਾ ਬਈ ਭਗਤੀ ਦੇ ਅੰਦਰ ਪ੍ਰੇਮ ਰਸ ਦੀ ਵੀ ਇੱਛਾ ਨਾ ਰਵੇ। ਕਈ ਵਾਰੀ ਕਈਆਂ ਤੋਂ ਸੁਣਿਆ ਹੁਣ ਨਿਤਨੇਮ 'ਚ ਰਸ ਤੇ ਆਉਂਦਾ ਨਹੀਂ, ਸਵੇਰੇ ਗੱਲ ਨਹੀਂ ਬਣਦੀ, ਦਿਲ ਕਰਦਾ ਪਾਠ ਨਾ ਹੀ ਕਰੀਏ। ਖਾਲਸਾ ਜੀ ਜਿਸ ਦਿਨ ਉਹ ਅਵਸਥਾ ਆ ਜਾਏਗੀ ਨਾ, ਉਹ ਤੁਸੀਂ ਰਸ ਦੇ ਬਿਲਕੁਲ ਨੇੜੇ ਆ ਗਏ ਹੋ। ਜੇ ਹੁਣ ਮੰਨ ਲਓ ਮੈਂ ਇੱਥੋਂ ਅੰਮ੍ਰਿਤਸਰ ਤੱਕ ਤੁਰ ਕੇ ਜਾਣਾ ਹੋਵੇ, ਅੰਬਾਲੇ ਤੋਂ ਚੱਲਣਾ ਹੋਵੇ, ਜੋਸ਼ ਪੂਰਾ ਹੋਵੇਗਾ। ਲੁਧਿਆਣੇ ਦੇ ਕੋਲ ਜਲੰਧਰ ਦੇ ਕੋਲ ਆ ਕੇ ਥਕਾਵਟ ਹੋ ਜਾਵੇਗੀ, ਬਿਆਸ ਦੇ ਕੋਲ ਹੋ ਸਕਦਾ ਕਿ ਸਰੀਰ ਪੂਰਾ ਹੀ ਟੁੱਟ ਜਾਵੇ। ਪਰ ਜੇ ਮੈਂ ਜੰਡਿਆਲੇ ਕੋਲ ਪਹੁੰਚਾਂਗਾ ਮੈਨੂੰ ਪਤਾ ਲੱਗ ਜਾਵੇਗਾ ਵੀ ਹੁਣ ਤਾਂ ਸਰੀਰ ਨਹੀਂ ਚੱਲਣਾ। ਪਰ ਕੋਈ ਆ ਕੇ ਸੱਜਣ ਮਿੱਤਰ ਪਿਆਰਾ ਦੱਸ ਦਵੇ ਵੀ ਅੰਮ੍ਰਿਤਸਰ ਤਾਂ 10 ਕੋ ਰਹਿ ਗਿਆ, ਜਿੱਥੇ ਤੂੰ ਹੁਣ 240 ਕਿਲੋਮੀਟਰ ਚੱਲ ਕੇ ਆਇਆ, 10 ਹੋਰ ਸਹੀ। ਅਸੀਂ 240 ਪਹੁੰਚ ਜਾਂਦੇ ਹਾਂ, 240 ਤੇ ਆ ਕੇ ਗੁਟਕਾ ਬੰਦ ਕਰ ਦਿੰਦੇ ਹਾਂ। ਬਸ ਉਹ ਖੇਡ 10 ਕੋਹ ਦੀ ਹੋਰ ਰਹਿ ਗਈ ਹੈ, 10 ਕੋਹ ਦਾ ਵਾਹ ਰਹਿ ਗਿਆ, ਵਾਟ ਰਹਿ ਗਈ ਹੈ, ਉਹਨੂੰ ਨਾ ਛੱਡੋ। ਉਹ ਭਗਤੀ ਦੇ ਅੰਦਰ ਸਿਖਰਤਾ ਪਹੁੰਚਣ ਵਾਲੀ ਹੈ। ਜਦੋਂ ਨਾਸਤਿਕਤਾ ਆਉਣ ਲੱਗ ਜਾਵੇ ਸਮਝ ਲਓ ਭਗਤੀ ਦੇ ਅੰਦਰ ਰਸ ਸ਼ੁਰੂ ਹੋਇਆ।
ਅੱਜ ਜ਼ਿਆਦਾਤਰ ਬਹੁਤਾਤ ਲੋਕ ਗੁਟਕੇ ਬੰਦ ਕਰ ਦਿੰਦੇ ਨੇ। ਖਾਲਸਾ ਜੀ ਗੁਰੂ ਕੀ ਬਾਣੀ ਦੇ ਅੰਦਰ ਅੰਮ੍ਰਿਤ ਖਜ਼ਾਨੇ ਨੇ, ਹਜੇ ਤਾਂ ਸ਼ੁਰੂ ਹੋਈ ਹੈ, ਹਜੇ ਤਾਂ ਸਮਝ ਆਣੀ ਸ਼ੁਰੂ ਹੋਈ ਹੈ। ਪਤਾ ਨਹੀਂ ਕਿਹੜੀ ਜੂਨ 'ਚ ਗੁਰੂ ਨੇ ਗੱਲ ਬਣਾਉਣੀ ਹੈ, ਅੱਜੇ ਥੋੜੀ ਬ੍ਰਹਮ ਗਿਆਨ ਹੋ ਜਾਣਾ। ਸੰਤੋਖਾ ਰਿਸ਼ੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਗੁਰਦੁਆਰਾ ਸੰਤੋਖਸਰ ਸਾਹਿਬ ਅੰਮ੍ਰਿਤਸਰ ਸਾਹਿਬ ਸਤਜੁਗ ਦਾ ਬੈਠਾ ਸੀ, ਤਪ ਕਰ ਰਿਹਾ ਸੀਗਾ। ਤੇ ਸਤਜੁਗ ਦਾ ਬੈਠਾ ਬੈਠਾ ਪਰਮੇਸ਼ਵਰ ਨੇ ਵਰ ਦਿੱਤਾ ਸੀ ਕਿ ਕਲਯੁਗ ਦੇ ਅੰਦਰ ਅਰਜਨ ਆਣਗੇ, ਅਰਜਨ ਦਾ ਅਵਤਾਰ ਹੋਣਗੇ, ਪੰਜਵੇਂ ਗੁਰੂ ਨਾਨਕ ਪਰਮੇਸ਼ਵਰ ਤੈਨੂੰ ਤਾਰਨਗੇ। ਗੁਰਦੁਆਰਾ ਸੰਤੋਖਸਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਖੁਦਾਈ ਕਰਾ ਰਹੇ ਸੀ ਸੰਤੋਖਸਰ ਸਾਹਿਬ ਦੀ। ਥੱਲੋਂ ਪੂਰਾ ਇੱਕ ਵੱਡਾ ਮੱਠ ਕਮਰਾ ਨਿਕਲਿਆ। ਸਿੱਖ ਭੱਜੇ ਗਏ, ਕਿਹਾ ਮਹਾਰਾਜ ਥੱਲੋਂ ਮੱਠ ਨਿਕਲਿਆ। ਮਹਾਰਾਜ ਕਹਿੰਦੇ ਖੁਦਾਈ ਕਰੋ। ਖੁਦਾਈ ਕਰੀ, ਕਿਹਾ ਮਹਾਰਾਜ ਥੱਲੇ ਬਹੁਤ ਮਹਾਤਮਾ ਰਿਸ਼ੀ ਬੈਠੇ ਨੇ, ਉਹਨਾਂ ਦੀ ਜਿਹੜੀ ਜਟਾਵਾਂ ਨੇ ਉਹ ਪੈਰਾਂ ਤੋਂ ਵੀ ਲੰਬੀ ਵੱਧ ਗਈਆਂ ਨੇ, ਨਖੂਨ ਵੱਧ ਗਏ ਨੇ, ਅੱਖਾਂ ਦੇ ਪਰਵੱਟੇ ਅੱਖਾਂ ਨੂੰ ਢੱਕ ਲਏ ਨੇ, ਦੰਦ ਜਿਹੜੇ ਨੇ ਮੂੰਹ ਖੁੱਲ ਨਹੀਂ ਰਹੇ। ਮਹਾਰਾਜ ਕਹਿੰਦੇ ਬਾਬੇ ਬੁੱਢੇ ਕਿਆਂ ਨੂੰ ਬੁਲਾਓ, ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ। ਬਾਬਾ ਬੁੱਢਾ ਜੀ ਨੇ ਦੇਸੀ ਘਿਓ, ਕੇਸਰ, ਇਦਿਆਰਥ ਪਦਾਰਥ ਮੰਗਾ ਕੇ ਦਸਮ ਦੁਆਰ ਤੋਂ ਉਹਨਾਂ ਦੇ ਪ੍ਰਾਣ ਥੱਲੇ ਲਾ ਲਏ। ਹਰ ਦੇ ਗੱਲ ਦੀ ਵਸ ਘਰ ਹਰ ਦੇ ਵਸ ਦੀ ਗੱਲ ਨਹੀਂ ਨਾ ਸੀਗੀ। ਬ੍ਰਹਮ ਗਿਆਨੀ ਦੀ ਦਸਮ ਦੁਆਰ ਤੋਂ ਸਵਾਸ ਥੱਲੇ ਲਾਣੇ ਸੀਗੇ। ਬਾਬਾ ਬੁੱਢਾ ਜੀ ਨੇ ਸਵਾਸ ਥੱਲੇ ਉਤਾਰ ਲਏ। ਸੰਤੋਖਾ ਰਿਸ਼ੀ ਜੀ ਦੇ ਪਰਵੱਟੇ ਚੁੱਕੇ, ਮੂੰਹ ਖੁੱਲ ਨਹੀਂ ਰਿਹਾ ਸੀ। ਬਾਬਾ ਬੁੱਢਾ ਜੀ ਨੇ ਅੰਮ੍ਰਿਤ ਹੱਥ ਦੇ ਨਾਲ ਮੂੰਹ ਦੇ ਉੱਤੇ ਫੇਰਿਆ, ਤੁਸੀਂ ਕੌਣ ਹੋ? ਕਿਹਾ ਮੇਰਾ ਨਾਮ ਸੰਤੋਖਾ ਰਿਸ਼ੀ ਹੈ, ਮੈਂ ਸਤਜੁਗ ਦਾ ਤਪ ਕਰ ਰਿਹਾ। ਇਹ ਕਿਹੜਾ ਯੁੱਗ ਸ਼ੁਰੂ ਹੋ ਗਿਆ? ਕਿਹਾ ਤ੍ਰੇਤਾ ਵੀ ਬੀਤ ਗਿਆ, ਦੁਆਪਰ ਵੀ ਬੀਤ ਗਿਆ, ਹੁਣ ਕਲਯੁਗ ਚੱਲ ਰਿਹਾ। ਕਿਹਾ ਕਲਯੁਗ ਦੇ ਅੰਦਰ ਅਰਜਨ ਪਰਮੇਸ਼ਵਰ ਦੇ ਅਵਤਾਰ ਆ ਗਏ ਨੇ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਸਤਜੁਗ ਦਾ ਤਪ ਕਰ ਰਿਹਾ ਹੈ। ਅੱਜ ਕਈ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਹਰਿਮੰਦਰ ਸਾਹਿਬ ਤਾਕਤ ਨਹੀਂ, ਬੜੇ ਮੂਰਖ ਵਿਅਕਤੀ ਨੇ ਉਹ। ਕਹਿੰਦੇ ਬੇਰੀ ਦੇ ਥੱਲੇ ਅੰਮ੍ਰਿਤ ਜਲ ਦੇ ਨਾਲ ਕੋੜੀ ਠੀਕ ਨਹੀਂ ਹੋ ਸਕਦੇ। ਉਹਨਾਂ ਨੂੰ ਕੀ ਸਮਝਾਈਏ? ਸਤਜੁਗ ਦੇ ਵਿਅਕਤੀਆਂ ਨੂੰ ਵੀ ਇਹ ਗੱਲ ਦੀ ਸਮਝ ਆਈ ਹੋਈ ਹੈ। ਸਤਜੁਗ ਦੇ ਵਿਅਕਤੀ ਤਪ ਕਰ ਰਹੇ ਨੇ, ਬੈਠ ਕੇ ਇਹ ਗੱਲ ਦਾ ਪ੍ਰਮਾਣ ਦੇ ਰਹੇ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਵਰ ਨੇ। ਗੁਰੂ ਅਰਜਨ ਦੇਵ ਪ੍ਰਤੱਖ ਹਰ ਗੁਰਬਾਣੀ ਦੇ ਅੰਦਰ ਲਿਖਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੇ ਗੁਰੂ ਨੇ ਪੰਜਵੀਂ ਗੱਦੀ ਤੇ ਬੈਠੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਨੇ, ਉਹ ਤਪ ਕਰ ਰਹੇ ਨੇ। ਤੇ ਕਿਹਾ ਮਹਾਰਾਜ ਦੇ ਦਰਸ਼ਨ ਕਰਵਾਓ। ਸਰੀਰ ਪੂਰਾ ਜੁੜ ਚੁੱਕਾ ਸੀਗਾ, ਗੁਰਦੇਵ ਮਹਾਰਾਜ ਆਪ ਚੱਲ ਕੇ ਆਏ। ਸੰਤੋਖਾ ਰਿਸ਼ੀ ਜੀ ਦੇ ਮਹਾਰਾਜ ਜੀ ਨੇ ਕੇਸ ਕਰਵਾ ਕੇ, ਸਵਾਰ ਕੇ ਕੇਸ, ਉਹਨਾਂ ਦਾ ਸੀਸ ਧੋ ਕੇ ਚੰਗੀ ਤਰ੍ਹਾਂ ਦੇ ਨਾਲ ਮਹਾਰਾਜ ਨੇ ਗੱਲ ਨਾਲ ਲਾਇਆ। ਕਿਹਾ ਤੁਸੀਂ ਕੌਣ ਹੋ? ਕਿਹਾ ਮਹਾਰਾਜ ਮੇਰੀ ਮੁਕਤੀ ਕਰ ਦਿਓ। 4 ਯੁੱਗ ਤੋਂ ਤਪੱਸਿਆ ਕਰ ਰਿਹਾ, ਸਿਰਫ ਤੁਹਾਡੇ ਦਰਸ਼ਨਾਂ ਨਾਲ ਮੇਰੀ ਮੁਕਤੀ ਹੋਣੀ ਸੀ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਖਾਲਸਾ ਜੀ ਅਸੀਂ ਪੜ੍ਹਦੇ ਹਾਂ ਨਾ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ। ਉਹੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ। ਸ਼ਲੋਕ ਮਹੱਲਾ 5ਵਾਂ ਉਹੀ ਹੈ। ਉਹ ਸੰਤੋਖੇ ਰਿਸ਼ੀ ਨੇ ਦਰਸ਼ਨ ਕੀਤੇ ਸੀ, ਸੱਚਖੰਡ ਨੂੰ ਗਿਆ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਉਹੀ ਅੱਜ ਵੀ ਅਸੀਂ ਬਾਣੀ ਪੜ੍ਹਨੀ ਹੈ, ਅਸੀਂ ਵੀ ਗੁਰੂ ਨੇ ਸਾਨੂੰ ਵੀ ਸੱਚਖੰਡ ਦੇ ਦੇਣਾ ਹੈ। ਪਰ ਦਾਵਾ ਨਾ ਕਰੀਏ ਵੀ ਮਹਾਰਾਜ ਅੱਜੇ ਚਾਹੀਦਾ ਰਸ, ਅੱਜ ਨਹੀਂ। ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਅਰਜੁਨ ਨੂੰ, ਕਹਿੰਦੇ ਜਿਹੜਾ ਰਸ ਦੇਣਾ ਉਹ ਮੇਰਾ ਫਲ ਹੈ, ਤੂੰ ਕਰਮ ਕਰ। ਅਨਾਜ ਖਾਣਾ ਸਾਡਾ ਫਲ ਹੈ, ਅਨਾਜ ਚੋਂ ਖੂਨ ਬਣਾਉਣਾ ਪਰਮੇਸ਼ਵਰ ਦਾ ਕੰਮ ਹੈ। ਸੋ ਅਸੀਂ ਭਗਤੀ ਕਰੀਏ, ਅਸੀਂ ਉਸ ਵੱਲ ਨਾ ਦੇਖੀਏ ਰਸ ਆ ਰਿਹਾ ਕਿ ਨਹੀਂ ਆ ਰਿਹਾ। ਗੁਰਦੇਵ ਮਹਾਰਾਜ ਕਹਿੰਦੇ ਨੇ ਪ੍ਰਭੂ ਦੀ ਭਗਤੀ ਕਿਸ ਤਰ੍ਹਾਂ ਕਰੀਏ? ਜਿਸ ਤਰ੍ਹਾਂ ਇੱਕ ਕੂਕਰ ਕਰਦਾ ਹੈ, ਉਹ ਪ੍ਰਭੂ ਦੀ ਭਗਤੀ ਕਰਕੇ ਆਪਣੇ ਸਵਾਮੀ ਦਾ ਦਰ ਨਹੀਂ ਛੱਡਦਾ। ਤੂੰ ਵੀ ਨਾ ਛੱਡ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਤੀਰਥਾਂ ਦੇ ਉੱਤੇ ਜਾ ਕੇ ਬਾਰ-ਬਾਰ ਇੱਧਰ ਉੱਧਰ ਫਿਰ ਕੇ ਕਿਉਂ ਮਨ ਦੇ ਅੰਦਰ ਗੁਮਾਨ ਕਰਦਾ ਹੈ, ਹੰਕਾਰ ਕਰਦਾ ਹੈ? ਜੇ ਤੂੰ ਤੀਰਥਾਂ ਤੇ ਜਾ ਕੇ ਨਾਮ ਜਪ ਕੇ ਆ ਕੇ ਲੋਕਾਂ ਨੂੰ ਦੱਸ ਰਿਹਾ, ਕੱਲ ਮੈਂ ਚਮਕੌਰ ਸਾਹਿਬ ਗਿਆ, ਫਤਿਹਗੜ੍ਹ ਸਾਹਿਬ ਗਿਆ, ਅੰਮ੍ਰਿਤਸਰ ਸਾਹਿਬ ਜਾ ਕੇ ਮੈਂ 2 ਵਜੇ ਉੱਠ ਕੇ ਸੁਖਮਨੀ ਸਾਹਿਬ ਕੀਤਾ, ਤੇ ਮਹਾਰਾਜ ਦੱਸਦੇ ਨੇ ਉਹ ਕਿਹਦੇ ਨਿਆਈ ਹੈ? ਨਾਨਕ ਨੇ ਫਲ ਜਾਤ ਕਹੇ ਜੋ ਕੁੰਜਰ ਇਸ਼ਨਾਨ। ਜਿਵੇਂ ਹਾਥੀ ਗਿਆ ਸੀਗਾ ਇਸ਼ਨਾਨ ਕਰਨ,
ਹਾਥੀ ਜਦੋਂ ਇਸ਼ਨਾਨ ਕਰਨ ਗਿਆ ਨਾ, ਤਲਾਬ ਦੇ ਕੰਢੇ ਇਸ਼ਨਾਨ ਕਰਵਾ ਦਿੱਤਾ, ਉਹਨੇ ਆਪਣੀ ਸੁੰਡ ਦੇ ਨਾਲ ਉਸੇ ਵੇਲੇ ਮਿੱਟੀ ਭਰੀ ਤੇ ਆਪਣੇ ਤੇ ਡੋਲ ਲਈ। ਮਹਾਰਾਜ ਕਹਿੰਦੇ ਤੀਰਥ ਤੇ ਜਾ ਕੇ ਜੇ ਆਪਣਾ ਮੂੰਹ ਖੋਲ ਆਇਆ ਬਈ ਮੈਂ ਇੰਨਾ ਨਾਮ ਜਪਿਆ, ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਇਸ਼ਨਾਨ ਕਰਾਇਆ ਵਿਅਰਥ ਗਿਆ ਨਾ, ਤੇਰਾ ਤੀਰਥਾਂ ਤੇ ਗਿਆ, ਜਪ ਤਪ ਕੀਤਾ, ਦਾਨ ਕੀਤਾ, ਵਿਅਰਥ ਹੋ ਗਿਆ ਜੇ ਤੂੰ ਕਿਸੇ ਨੂੰ ਦੱਸ ਦਿੱਤਾ ਤਾਂ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਮਹਾਰਾਜ ਕਹਿੰਦੇ ਤੇਰੇ ਤੇ ਬਿਰਧ ਅਵਸਥਾ ਬਹੁਤ ਛੇਤੀ ਆਉਣ ਵਾਲੀ ਹੈ, ਤੂੰ ਕਲਫ ਲਾ ਲੈ, ਚਾਹੇ ਆਪਣੇ ਜਿੰਨਾ ਮਰਜ਼ੀ ਗੋਡੇ ਨਵੇਂ ਪਵਾ ਲੈ, ਦੰਦ ਪਵਾ ਲੈ, ਪਰ ਮਹਾਰਾਜ ਕਹਿੰਦੇ ਸਿਰ ਕੰਪਦੇ ਨੂੰ ਕਿਵੇਂ ਰੋਕੇਗਾ, ਪੈਰ ਡਗਮਗਾਉਂਦਿਆਂ ਨੂੰ ਕਿਵੇਂ ਰੋਕੇਗਾ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਨੈਣਾ ਦੀ ਜਿਹੜੀ ਜੋਤ ਜਾ ਰਹੀ ਹੈ ਉਹ ਕਿਵੇਂ ਰੋਕ ਲਵੇਂਗਾ। ਕਹੋ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ। ਮਹਾਰਾਜ ਕਹਿੰਦੇ ਬਿਰਧ ਹੋ ਰਿਹਾ ਹੈ, ਧੌਲੇ ਆ ਗਏ ਨੇ, ਫੇਰ ਵੀ ਹਰੀ ਦੇ ਰਸ ਦੇ ਅੰਦਰ ਕਿਉਂ ਨਹੀਂ ਲੀਨ ਹੁੰਦਾ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹਿ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅਸੀਂ ਨਿੱਜੀ ਹੋ ਕੇ, ਕੋਲ ਹੋ ਕੇ, ਨੇੜੇ ਹੋ ਕੇ ਇਹ ਗੱਲ ਤੁਹਾਨੂੰ ਦੱਸ ਰਹੇ ਹਾਂ ਬਈ ਕੋਈ ਵੀ ਕਿਸੇ ਦਾ ਮਿੱਤਰ ਪਿਆਰਾ ਨਹੀਂ ਹੈ ਧਰਤੀ ਤੇ। ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਭਗਤੀ ਹੈ ਜੋ ਸਰਵ ਸ੍ਰੇਸ਼ਟ ਹੈ, ਉਹ ਸਾਰੇ ਪਦਾਰਥ ਦੇਣ ਵਾਲੀ ਹੈ। ਉਹ ਭਗਤੀ ਨੂੰ, ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾ। ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਖੀਰਲਾ ਸ਼ਲੋਕ ਸਿੱਖਾਂ ਦੇ ਪ੍ਰਥਾਏ, 49 ਸ਼ਲੋਕ ਸਿੱਖਾਂ ਦੇ ਪ੍ਰਥਾਏ ਭੇਜੀ ਹੈ। ਇਹ ਦਿੱਲੀ ਤੋਂ ਚਿੱਠੀ ਚੱਲ ਕੇ ਆਈ ਹੈ, ਅੱਜ ਵਾਲੇ ਦਿਨ ਇਹ ਚਿੱਠੀ ਚੱਲ ਕੇ ਆਈ ਹੈ ਖਾਲਸਾ ਜੀ, ਅੱਜ ਹੀ ਗੁਰਦੇਵ ਉਹਦੀ ਕਥਾ ਕਰਾ ਰਹੇ ਨੇ। ਕਿੰਨੀ ਵਿਡੰਬਣਾ ਹੈ, ਸਤਿਗੁਰੂ ਦੀ ਕਿੰਨੀ ਕਿਰਪਾ ਹੈ। ਜਗ ਰਚਨਾ ਸਭ ਝੂਠ ਹੈ, ਗੁਰਦੇਵ ਮਹਾਰਾਜ ਕਹਿੰਦੇ ਜਗਤ ਦੇ ਦਿਖ ਰਹੀ ਸਿੱਖੋ ਸਾਰੀ ਰਚਨਾ ਝੂਠੀ ਹੈ। ਜਾਣ ਲਿਓ ਰੇ ਮੀਤ। ਇਹ ਗੱਲ ਨੂੰ ਹਿਰਦੇ 'ਚ ਚੰਗੀ ਤਰ੍ਹਾਂ ਨਾਲ ਜਾਣ ਲਵੋ। ਕਹਿ ਨਾਨਕ ਤਿਰ ਨਾ ਰਹੈ ਜੋ ਬਾਲੂ ਕੀ ਭੀਤ। ਗੁਰਦੇਵ ਮਹਾਰਾਜ ਬਾਲੂ ਦੀ ਭੀਤ ਕਹਿੰਦੇ ਨੇ ਕੰਧ ਨੂੰ, ਬਾਲੂ ਕਹਿੰਦੇ ਨੇ ਰੇਤ ਨੂੰ। ਜਿਵੇਂ ਰੇਤ ਦੀ ਕੰਧ ਥਿਰ ਨਹੀਂ ਨਾ ਰਹਿੰਦੀ, ਬਾਲੀ ਦੇਰ ਗਿਰ ਜਾਂਦੀ ਹੈ। ਮਹਾਰਾਜ ਕਹਿੰਦੇ ਆ ਜਗਤ ਦੀ ਰਚਨਾ ਵੀ ਬਾਲੂ ਦੀ ਰੇਤ ਦੀ ਨਿਆਈ ਹੈ। ਜਗ ਰਚਨਾ ਸਭ ਝੂਠ ਹੈ, ਮਿੱਥਿਆ ਹੈ, ਇਹ ਝੂਠ ਹੈ। ਜਾਣ ਲਿਓ ਰੇ ਮੀਤ। ਇਹ ਸੱਜਣ ਭਗਤੋ ਜਨੋ ਇਹ ਗੱਲ ਨੂੰ ਜਾਣ ਲਵੋ, ਇਹ ਥਿਰ ਨਹੀਂ ਰਵੇਗੀ ਜਿਵੇਂ ਰੇਤ ਦੀ ਕੰਧ ਹੈ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ। ਹੁਣ ਖਾਲਸਾ ਜੀ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਹੈ। 49 ਨੰਬਰ ਸ਼ਲੋਕ ਤੱਕ ਸਿੱਖਾਂ ਦੇ ਪ੍ਰਥਾਏ ਬਾਣੀ ਉਚਾਰੀ ਹੈ, ਤੇ ਜਿਹੜਾ ਮਹਾਰਾਜ ਨੇ 50ਵਾਂ ਤੇ 51ਵਾਂ ਸ਼ਲੋਕ ਉਚਾਰਿਆ ਉਹ ਮਾਤਾ ਨਾਨਕੀ ਜੀ ਨੇ ਪ੍ਰਥਾਏ ਉਚਾਰਨ ਕੀਤਾ, ਕਿਉਂਕਿ ਮਾਤਾ ਨਾਨਕੀ ਜੀ ਰੁਦਨ ਕਰ ਰਹੇ ਨੇ। ਜਾ ਕੇ ਬਾਬੇ ਗੁਰਦਿੱਤੇ ਨੇ ਦੱਸਿਆ ਨਾ, ਬਾਬੇ ਬੁੱਢੇ ਕਿਆਂ ਦੀ 6ਵੀਂ ਅੰਸ਼ ਬੰਸ਼ ਨੇ ਬਈ ਤੁਹਾਡੀ ਮਾਤਾ ਰੁਦਨ ਕਰ ਰਹੇ ਨੇ, ਤੁਹਾਡੇ ਮਹਿਲ ਮਾਤਾ ਗੁਜਰੀ ਜੀ ਵੀ ਰੁਦਨ ਕਰ ਰਹੇ ਨੇ। ਹੁਣ ਮਾਤਾ ਨੂੰ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ, ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਲਿਖਦੇ ਨੇ ਮਾਤਾ ਨਾਨਕੀ ਜੀ ਕਿਉਂ ਵਿਰਾਗ ਕਰਦੇ ਹੋ। ਰਾਮ ਹੋਏ ਨੇ ਅਵਤਾਰ, ਉਹਨਾਂ ਨੂੰ ਵੀ ਸਰੀਰ ਛੱਡਣਾ ਪਿਆ। ਰਾਵਣ ਉਹ ਵੀ ਅੰਮ੍ਰਿਤ ਵਰ ਲੈ ਕੇ ਆਇਆ ਸੀਗਾ, ਉਹਨੂੰ ਵੀ ਸਰੀਰ ਛੱਡਣਾ ਪਿਆ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਉਹਨਾਂ ਦਾ ਐਡਾ ਵੱਡਾ ਪਰਿਵਾਰ ਸੀ, ਫੇਰ ਵੀ ਧਰਤੀ ਤੋਂ ਜਾਣਾ ਪਿਆ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਕਹੋ ਨਾਨਕ ਥਿਰ ਕਛ ਨਹੀਂ, ਕੁਝ ਵੀ ਸਥਿਤ ਨਹੀਂ ਹੈ, ਸਾਰਾ ਸੰਸਾਰ ਸੁਪਨੇ ਦੇ ਨਿਆਈ ਹੈ। ਦੁਬਾਰਾ ਪੜੋ ਅੰਤਰੀਵ ਅਰਥ। ਕਹੋ ਨਾਨਕ ਥਿਰ ਕਛ ਨਹੀਂ ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ। ਵਾਲਮੀਕੀ ਰਮਾਇਣ ਜੀ ਨੇ, ਜਦੋਂ ਵਾਲਮੀਕੀ ਜੀ ਨੇ ਰਮਾਇਣ ਲਿਖੀ ਆ, ਉਸ ਦੇ ਅੰਦਰ ਵਾਲਮੀਕੀ ਰਮਾਇਣ ਇੱਕ ਪੜ੍ਹਾਉਂਦੇ ਨੇ ਟਕਸਾਲ ਦੇ ਅੰਦਰ, ਤੇ ਉਸ ਦੇ ਅੰਦਰ ਇੱਕ ਅਰਥ ਇਹ ਵੀ ਲਿਖੇ ਨੇ ਰਾਮ ਗਇਓ ਰਾਵਣ ਗਇਓ। ਜਦੋਂ ਭਗਵਾਨ ਰਾਮ ਜੀ ਲੰਕਾ ਦੇ ਉੱਤੇ ਚੜ੍ਹ ਕੇ ਆਏ ਨਾ ਤੇ ਰਾਵਣ ਗਇਓ, ਰਾਵਣ ਮਰ ਗਿਆ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਖਾਲਸਾ ਜੀ ਗੁਰਬਾਣੀ ਤੋਂ ਸਮੁੰਦਰ ਹੈ, ਇਸ ਦੇ ਅੰਦਰ ਬੇਅੰਤ ਅਰਥ ਨੇ। ਕਹਿੰਦੇ ਤੀਸਰਾ ਅਰਥ ਕਹਿੰਦੇ ਜਦੋਂ ਰਾਮ ਭਗਵਾਨ ਦਾ ਨਾਮ ਹਿਰਦੇ 'ਚ ਵਸ ਜਾਂਦਾ ਹੈ ਤੇ ਵਿਸ਼ੇ ਵਿਕਾਰਾਂ ਰੂਪੀ ਰਾਵਣ ਅੰਦਰੋਂ ਗਇਓ ਮਰ ਜਾਂਦਾ ਹੈ।
ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਬਹੁਤ ਵੱਡਾ ਪਰਿਵਾਰ ਸੀ ਰਾਵਣ ਦਾ, ਉਹ ਸਾਰਾ ਚਲਾ ਗਿਆ। ਕਹੋ ਨਾਨਕ ਤੇਰੇ ਕੱਛ ਨਹੀਂ, ਸੁਪਨੇ ਜੋ ਸੰਸਾਰ। ਗੁਰਦੇਵ ਮਹਾਰਾਜ ਕਹਿੰਦੇ ਕੁਝ ਵੀ ਥਿਰ ਨਹੀਂ ਹੈ, ਸਭ ਕੁਝ ਸੁਪਨੇ ਦੀ ਨਿਆਈ ਹੈ। ਚਿੰਤਾ ਦਾ ਕੀ ਕੀਜੀਐ, ਜੋ ਅਨਹੋਣੀ ਹੋਏ। ਅਗਲਾ ਸ਼ਬਦ ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ, ਮਾਤਾ ਨਾਨਕੀ ਜੀ ਚਿੰਤਾ ਨਾ ਕਰੋ, ਕੁਝ ਵੀ ਅਣਹੋਈ ਗੱਲ ਤਾਂ ਹੋ ਨਹੀਂ ਰਹੀ, ਜੋ ਵੀ ਲਿਖਿਆ ਮੱਥੇ ਤੇ ਹੋਣਾ ਹੀ ਹੋਣਾ ਹੈ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਇਹ ਮਹਾਰਾਜ ਕਹਿੰਦੇ ਨੇ ਜੋ ਮਾਰਗ ਸੰਸਾਰ ਕੋ, ਨਾਨਕ ਤੇਰ ਨਹੀਂ ਕੋਇ। ਕੁਝ ਵੀ ਵਿਅਕਤੀ ਹੈ ਸੰਸਾਰ ਦੇ ਉੱਤੇ ਥਿਰ ਨਹੀਂ ਸੀ, ਜੋ ਹੋਣਾ ਹੈ ਉਹ ਤਾਂ ਹੋਣਾ ਹੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਹੁਣ ਆਪਣੇ ਮਹਿਲਾਂ ਮਾਤਾ ਗੁਜਰੀ ਸਾਹਿਬ ਜੀ ਦੇ ਪ੍ਰਥਾਏ ਉਚਾਰਨ ਕਰਦੇ ਨੇ, ਉਹ ਵੀ ਵਿਰਾਗ ਕਰ ਰਹੇ ਨੇ, ਰੋ ਰਹੇ ਨੇ। ਮਾਤਾ ਜੀ ਨੂੰ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਕਹਿੰਦੇ ਗੁਜਰੀ ਸਾਹਿਬ ਜੀ ਜੋ ਵੀ ਉਪਜੇਗਾ ਉਹ ਬਿਨਸਦਾ ਹੀ ਬਿਨਸਦਾ ਹੈ, ਉਸ ਦਾ ਰੁਦਨ ਕਿਉਂ ਕਰਨਾ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਅੱਜ ਨਹੀਂ ਤਾਂ ਕੱਲ ਉਹ ਚੀਜ਼ ਮਿੱਟੀ 'ਚ ਮਿਲੀ ਜਾਣੀ ਹੈ। ਨਾਨਕ ਹਰ ਗੁਣ ਗਾਏ, ਛਾੜ ਸਗਲ ਜੰਜਾਲ। ਹੁਣ ਮਹਾਰਾਜ ਕਹਿੰਦੇ ਹਰੀ ਦੇ ਗੁਣ ਗਾਓ ਤੇ ਜੰਜਾਲਾਂ ਨੂੰ ਛੱਡ ਦਿਓ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਨਾਨਕ ਹਰ ਗੁਣ ਗਾਏ, ਛਾੜ ਸਗਲ ਜੰਜਾਲ। ਗੁਰਦੇਵ ਮਹਾਰਾਜ ਹੁਣ ਇੱਥੇ ਤੱਕ ਬਾਣੀ ਆਪਣੇ ਮਹਿਲਾਂ ਦੇ ਪ੍ਰਥਾਏ। ਹੁਣ ਅੱਜ ਗੁਰਤਾ ਗੱਦੀ ਹੈ 10ਵੇਂ ਪਾਤਸ਼ਾਹ ਦਾ। ਹੁਣ ਮਹਾਰਾਜ ਉਹ ਸ਼ਬਦ ਲਿਖ ਕੇ ਦੇ ਰਹੇ ਨੇ, ਬਈ ਮੇਰੇ ਪੁੱਤਰ ਨੂੰ ਜਾ ਕੇ ਇਸ ਗੱਲ ਦਾ ਸਵਾਲ ਦਾ ਜਵਾਬ ਲੈ ਕੇ ਆਓ। ਦੋਹਰਾ ਪਰ ਛੁਟ ਦਿਓ ਬੰਧਨ ਭਰੇ, ਕਛੂ ਨਾ ਹੋਤ ਉਪਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਾਡਾ ਬਲ ਛੁੱਟ ਰਿਹਾ ਹੈ। ਮਹਾਰਾਜ ਪਿੰਜਰੇ ਦੇ ਅੰਦਰ ਨੇ, ਇਹ ਪ੍ਰੀਖਿਆ ਰੂਪ 'ਚ ਕਹਿ ਰਹੇ ਨੇ ਮਹਾਰਾਜ। ਕਹਿੰਦੇ ਬਲ ਛੁੱਟ ਰਿਹਾ ਸੀ, ਕੈਦ 'ਚ ਬੰਧਨ ਭਰੇ, ਸਾਨੂੰ ਚਾਰੋਂ ਪਾਸਿਓਂ ਘੇਰਾ ਪੈ ਚੁੱਕਾ ਹੈ। ਕਹੁ ਨਾਨਕ ਅਬ ਓਟ ਹਰ, ਗਜ ਜੋ ਹੋ ਸਹਾਏ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਹੁਣ ਓਟ ਹੈ, ਉਹ ਹਾਥੀ ਦੇ ਨਿਆਈ ਆ ਕੇ ਮੇਰੀ ਇਹ ਜੰਜੀਰਾਂ ਨੂੰ ਤੋੜ ਲੈਣ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਤੱਕ ਚਿੱਠੀ ਲਿਖਵਾ ਕੇ ਬਾਬੇ ਗੁਰਦਿੱਤੇ ਨੂੰ ਅਨੰਦਪੁਰ ਸਾਹਿਬ ਭੇਜਿਆ। ਹੁਣ ਮਹਾਰਾਜ ਨੇ ਕਿਹਾ ਵੀ ਇਹਦਾ ਜਵਾਬ ਲੈ ਕੇ ਆਓ। ਹੁਣ ਅੱਗੇ ਮਹਾਰਾਜ ਪਾਤਸ਼ਾਹੀ 10ਵੀਂ ਪੁਰਾਤਨ ਸਰੂਪਾਂ ਦੇ ਅੰਦਰ ਅੱਜ ਦਾਸ ਨੇ ਸਵੇਰੇ ਫੋਟੋ ਵੀ ਪਾਈ ਸੀ, ਉਹ ਜਿਹੜੀ ਬਾਬਾ ਦੀਪ ਸਿੰਘ ਜੀ ਵਾਲੀ ਬੀੜ ਦਰਬਾਰ ਸਾਹਿਬ ਪ੍ਰਕਾਸ਼ ਹੁੰਦੀ ਹੈ, ਉਸ ਦੇ ਅੰਦਰ ਲਿਖਿਆ ਪਾਤਸ਼ਾਹੀ 10ਵੀਂ। ਚਲੋ ਖਾਲਸਾ ਕਦੇ ਕਿੰਤੂ ਨਹੀਂ ਕਰਦਾ, ਜੋ ਕਲਯੁਗੀ ਜੀਵਾਂ ਨੇ ਕਰ ਦਿੱਤਾ ਹੈ ਉਸ ਨੂੰ ਹੀ ਅਸੀਂ ਪ੍ਰਵਾਨ ਕਰਦੇ ਹਾਂ। ਖਾਲਸਾ ਕਦੇ ਕਿੰਤੂ ਨਹੀਂ ਕਰਦਾ।